ਸਤਿ ਸ਼੍ਰੀ ਅਕਾਲ जी ਸਾਰਿਆਂ ਨੂੰ। जो पहला ਆਪਾਂ ਨੇ ਵੀਡੀਓ ਬਣਾਈ ਉਹਦੀ PDF ਸਭ ਨੂੰ ਮਿਲ ਚੁੱਕੀ ਹੈ। ਪਹਿਲਾਂ PDF ਤੁਹਾਨੂੰ WhatsApp ਤੋਂ ਲੈਣੀ ਪੈਂਦੀ ਸੀ। ਹੁਣ ਆਪਣਾ ਚੈਨਲ ਹੈਗਾ ਟੈਲੀਗ੍ਰਾਮ ਦੇ ਉੱਤੇ ਪੰਜਾਬ ਫਤਿਹ ਕਲਾਸਿਸ, ਉਹਨੂੰ ਜੁਆਇਨ ਕਰੋ, ਉੱਥੇ ਤੁਹਾਨੂੰ PDF ਮਿਲ ਜਾਵੇਗੀ। ਤੇ ਅਸੀਂ ਪ੍ਰਾਈਵੇਟ ਜੌਬ ਕਰ ਰਹੇ ਹਾਂ, ਜਿਸ ਕਰਕੇ ਸਾਨੂੰ ਥੋੜ੍ਹਾ ਟਾਈਮ ਮਿਲਦਾ। ਅਸੀਂ ਉਸ ਥੋੜ੍ਹੇ ਟਾਈਮ ਦੇ ਵਿੱਚ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਕਿਤੇ ਨਾ ਕਿਤੇ ਛੋਟੀ ਮੋਟੀ ਮਤਲਬ ਸੌਖੇ ਵਿਸ਼ੇ ਦੇ ਵਿੱਚੋਂ ਕੋਈ ਨਾ ਕੋਈ ਗਲਤੀ ਰਹਿ ਜਾਂਦੀ ਹੈ, ਤਾਂ ਪਲੀਜ਼ ਇੰਨਾ ਕੁ ਤੁਸੀਂ ਧਿਆਨ ਰੱਖਿਆ ਕਰੋ। ਅਤੇ ਉਹਦੇ ਲਈ ਅਸੀਂ ਮਾफ़ੀ ਮੰਗਦੇ ਹਾਂ, ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਅਸੀਂ ਕਰੈਕਸ਼ਨ ਕਰ ਸਕੀਏ। ਹੁਣ ਛੋਟੀ ਛੋਟੀ ਗਲਤੀਆਂ, ਕਈ ਵਾਰ PDF ਬਣਾਉਂਦੇ ਧਿਆਨ ਨਹੀਂ ਰਹਿੰਦਾ, ਉਸ 'ਚ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ। ਤਾਂ ਕਰਕੇ ਜੋ ਪਿਛਲੀ ਵੀਡੀਓਜ਼ ਦੇ ਵਿੱਚ ਗਲਤੀਆਂ ਹੋਈਆਂ ਨੇ ਉਹਨਾਂ ਲਈ ਸੌਰੀ। ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਕੋਈ ਗਲਤੀ ਨਾ ਹੋਵੇ, ਪਰ ਇਸ ਦੇ ਵਿੱਚ ਟਾਈਮ ਦੀ ਕਮੀ ਕਾਰਨ ਹੁੰਦਾ ਇਹ ਸਭ। ਸਾਡੇ ਕੋਲ ਟਾਈਮ ਘੱਟ ਹੁੰਦਾ, ਅਸੀਂ ਫਿਰ ਵੀ ਪੰਜਾਬ ਦੇ ਭਲੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਵੀਡੀਓਜ਼ ਬਣਾਈਆਂ ਜਾਣ ਜੋ ਵੀ ਪੇਪਰ ਦੇ ਵਿੱਚ ਆ ਰਹੇ। ਸੋ ਸਾਡੇ ਟੈਲੀਗ੍ਰਾਮ ਚੈਨਲ ਪੰਜਾਬ ਫਤਿਹ ਕਲਾਸਿਸ ਨੂੰ ਜ਼ਰੂਰ ਜੁਆਇਨ ਕਰ ਲਿਓ। ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਆਪਾਂ, ਜਿਸ ਵਿੱਚ ਆਪਾਂ ਅਨੁਸੂਚੀਆਂ, ਮੇਨ ਆਰਟੀਕਲ ਅਤੇ ਮੁੱਖ ਸੋਧਾਂ ਬਾਰੇ ਗੱਲ ਕਰਾਂਗੇ। ਅਨੁਸੂਚੀਆਂ, ਮੂਲ ਸੰਵਿਧਾਨ ਵਿੱਚ 8 ਅਨੁਸੂਚੀਆਂ ਸੀ, ਹੁਣ 12 ਹਨ। 8 ਅਨੁਸੂਚੀਆਂ ਸੰਵਿਧਾਨ ਲਾਗੂ ਹੋਣ ਸਮੇਂ ਸੀ, ਬਾਅਦ ਦੇ ਵਿੱਚ 4 ਅਨੁਸੂਚੀਆਂ ਨੂੰ ਸੋਧਾਂ ਰਾਹੀਂ ਜੋੜਿਆ ਗਿਆ ਹੈ। ਪਹਿਲੀ ਅਨੁਸੂਚੀ ਭਾਰਤ ਰਾਜਾਂ ਦਾ ਸੰਘ ਹੈ। ਭਾਰਤ ਦੇ ਨਾਮ ਇੰਡੀਆ ਅਤੇ ਭਾਰਤ ਦਾ ਕਿਤੇ ਵੀ ਨਾਮ ਸੰਵਿਧਾਨਕ ਹਿੰਦੁਸਤਾਨ ਨਹੀਂ ਹੈ। ਦੂਜੀ ਅਨੁਸੂਚੀ ਤਨਖਾਹਾਂ ਅਤੇ ਭੱਤੇ ਬਾਰੇ, ਜਿਵੇਂ ਰਾਸ਼ਟਰਪਤੀ ਦੀ ਤਨਖਾਹ 5 ਲੱਖ, ਉਪ ਰਾਸ਼ਟਰਪਤੀ ਦੀ ਤਨਖਾਹ 4 ਲੱਖ। ਇਹਨਾਂ ਤਨਖਾਹਾਂ ਬਾਰੇ ਕਿਹੜੀ ਅਨੁਸੂਚੀ ਵਿੱਚ ਜ਼ਿਕਰ ਹੈ? ਦੂਜੀ ਅਨੁਸੂਚੀ ਦੇ ਵਿੱਚ। ਤੀਜੀ ਅਨੁਸੂਚੀ ਦੇ ਵਿੱਚ ਸਹੁੰ ਦਾ ਜ਼ਿਕਰ ਹੈ, ਜਿਵੇਂ ਅਹੁਦਾ ਜੁਆਇਨ ਕਰਨ ਵੇਲੇ ਸਹੁੰ ਦਿੱਤੀ ਜਾਂਦੀ ਹੈ। ਰਾਸ਼ਟਰਪਤੀ ਨੂੰ ਸਹੁੰ ਕੌਣ ਚੁਕਾਉਂਦਾ ਹੈ? ਉਹ ਸੁਪਰੀਮ ਕੋਰਟ ਦਾ ਮੁੱਖ ਜੱਜ ਚੁਕਾਉਂਦਾ ਹੈ। ਰਾਜਪਾਲ ਨੂੰ ਸਹੁੰ ਕੌਣ ਚੁਕਾਉਂਦਾ ਹੈ? ਉਹ ਹਾਈ ਕੋਰਟ ਦਾ ਮੁੱਖ ਜੱਜ ਚੁਕਾਉਂਦਾ ਹੈ। ਚੌਥੀ ਅਨੁਸੂਚੀ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਬਾਰੇ ਹੈ। ਇਸ ਬਾਰੇ ਮੈਂ ਤੁਹਾਨੂੰ ਇੱਕ ਟ੍ਰਿਕ ਵੀ ਦੱਸੀ ਸੀਗੀ ਪਹਿਲੀ 4 ਅਨੁਸੂਚੀਆਂ ਬਾਰੇ, ਕਿ ਆਪਾਂ ਕਿਸੇ ਤੋਂ ਪੈਸੇ ਲੈਣੇ ਹਨ, ਅਸੀਂ ਉਹਦਾ ਨਾਮ ਲੈਂਦੇ ਹਾਂ। ਮਤਲਬ ਪਹਿਲੀ ਦੇ ਵਿੱਚ ਭਾਰਤ ਅਤੇ ਇੰਡੀਆ ਨਾਮ ਹੈ, ਅਸੀਂ ਨਾਮ ਲੈਂਦੇ ਹਾਂ। ਜਦੋਂ ਉਹ ਬਾਹਰ ਆਉਂਦਾ ਹੈ ਘਰ ਤੋਂ, ਤਾਂ ਅਸੀਂ ਪੁੱਛਦੇ ਹਾਂ ਸਾਡੇ ਪੈਸਿਆਂ ਦੇ ਵਿੱਚ ਆ ਜਾਂਦਾ ਹੈ ਤਨਖਾਹ ਜਾਂ ਭੱਤੇ, ਤਾਂ ਉਹ ਕਹਿੰਦਾ ਅਸੀਂ ਤੁਹਾਡਾ ਕੋਈ ਪੈਸਾ ਨਹੀਂ ਦੇਣਾ। ਤਾਂ ਮੁੱਕਦੀ ਗੱਲ ਪੰਜਾਬ ਵਿੱਚ ਇਹ ਹੁੰਦੀ ਹੈ ਕਿ ਤੁਸੀਂ ਸਹੁੰ ਖਾਓ ਜਾਂ ਫਿਰ ਨੇਮ ਦਿਓ। ਤਾਂ ਤੀਜੀ ਦੇ ਵਿੱਚ ਸਹੁੰ ਦਾ ਜ਼ਿਕਰ ਹੈ। ਹੁਣ ਸਾਹਮਣੇ ਵਾਲਾ ਜਿਹਨੇ ਆਪਣੇ ਪੈਸੇ ਦੇਣੇ ਹਨ, ਉਹ ਨਾ ਆਪਣੇ ਪੈਸੇ ਦੇ ਰਿਹਾ ਹੈ, ਨਾ ਹੀ ਸਹੁੰ ਚੱਕ ਰਿਹਾ ਹੈ। ਤਾਂ ਫਿਰ ਸਾਡੇ ਪੰਜਾਬੀ ਵਿੱਚ ਕਹਾਵਤ ਹੈ, ਕਿਉਂ ਤੇਰੇ ਪਿਓ ਦਾ ਰਾਜ ਹੈ, ਤਾਂ ਰਾਜ ਤੋਂ ਬਣ ਜਾਂਦਾ ਹੈ ਰਾਜ ਸਭਾ ਦੀਆਂ ਸੀਟਾਂ ਬਾਰੇ। ਇਹਨਾਂ 4 ਨੂੰ ਇਸ ਤਰ੍ਹਾਂ ਯਾਦ ਕਰ ਲਿਓ। ਪੰਜਵੀਂ ਅਨੁਸੂਚੀ SC ST ਦੇ ਪ੍ਰਸ਼ਾਸਨਿਕ ਢਾਂਚੇ ਬਾਰੇ ਹੈ, ਜੋ ਪੂਰੇ ਦੇਸ਼ ਲਈ ਹੈ। 6ਵੀਂ ਅਨੁਸੂਚੀ ਦੇ ਵਿੱਚ 4 ਸਟੇਟਾਂ ਸ਼ਡਿਊਲ ਟਰਾਈਬਸ ਲਈ ਜਨਜਾਤੀ ਖੇਤਰ ਦੇ ਪ੍ਰਸ਼ਾਸਨ ਸੰਬੰਧੀ ਹੈ। ਉਹ 4 ਸਟੇਟਾਂ ਕਿਹੜੀਆਂ ਨੇ? ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, AMTM। ਇਸ ਦੇ ਵਿੱਚ 2 ਸਟੇਟਾਂ ਨੇ ਜੋ ਮੰਮੇ ਵਾਲੀਆਂ ਨੇ, ਇੱਕ ਹੋਰ ਹੈ ਮਨੀਪੁਰੀ। ਇਸ ਦੇ ਵਿੱਚ ਕੁਐਸਚਨ ਕਈ ਵਾਰੀ ਪਾ ਦਿੱਤਾ ਜਾਂਦਾ ਹੈ, ਕਿਹੜੀ ਸਟੇਟ 6ਵੀਂ ਅਨੁਸੂਚੀ ਨਾਲ ਸੰਬੰਧਿਤ ਨਹੀਂ ਹੈ? ਉਸ ਦੇ ਵਿੱਚ ਮਨੀਪੁਰੀ ਪਾਇਆ ਜਾਂਦਾ ਹੈ। ਇਸ ਨੂੰ ਯਾਦ ਰੱਖਣ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜੋ ਲੋਕ ਕਬੀਲੇ ਦੇ ਹੁੰਦੇ ਨੇ, ਉਹਨਾਂ ਕੋਲ ਪੈਸਿਆਂ ਦੀ ਕਮੀ ਹੁੰਦੀ ਹੈ, ਮਤਲਬ ਉਹਨਾਂ ਕੋਲ ਪੈਸੇ ਨਹੀਂ ਹੁੰਦੇ। ਪੈਸੇ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਮਨੀ ਕਹਿੰਦੇ ਹਾਂ, ਤਾਂ ਮਨੀਪੁਰੀ ਨਹੀਂ ਹੈ। 7ਵੀਂ ਅਨੁਸੂਚੀ ਦੇ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ 3 ਸੂਚੀਆਂ ਦੇ ਵਿੱਚ ਕੀਤੀ ਗਈ ਹੈ: ਸੰਘ ਸੂਚੀ, ਰਾਜ ਸੂਚੀ ਅਤੇ ਸਮਵਰਤੀ ਸੂਚੀ। ਸੰਘ ਸੂਚੀ ਜਿਸ 'ਤੇ ਕਾਨੂੰਨ ਸੈਂਟਰ ਬਣਾਉਂਦਾ ਹੈ ਜਾਂ ਸੈਂਟਰ ਸਰਕਾਰ ਬਣਾਉਂਦੀ ਹੈ, ਜਿਵੇਂ ਸੁਰੱਖਿਆ, ਫੌਜ, ਵਿਦੇਸ਼ੀ ਮਾਮਲੇ, ਰੇਲਵੇ ਆਦਿ। ਇਹਨਾਂ ਦੇ ਪਹਿਲਾਂ 97 ਵਿਸ਼ੇ ਸੀ, ਹੁਣ 100 ਵਿਸ਼ੇ ਹਨ। ਰਾਜ ਸੂਚੀ, ਇਹਨਾਂ ਦੇ ਵਿਸ਼ਿਆਂ ਬਾਰੇ ਕੁਐਸਚਨ ਪੁੱਛਿਆ ਗਿਆ, ਜਿਵੇਂ ਸਮਵਰਤੀ ਸੂਚੀ ਦੇ ਵਿਸ਼ਿਆਂ ਬਾਰੇ ਕੁਐਸਚਨ ਆ ਚੁੱਕਿਆ ਹੈ। ਰਾਜ ਸੂਚੀ
ਜਿਨ੍ਹਾਂ ਤੇ ਕਾਨੂੰਨ ਰਾਜ ਸਰਕਾਰ ਬਣਾਉਂਦੀ ਹੈ, ਜਿਵੇਂ ਪੰਚਾਇਤਾਂ, ਪੁਲਿਸ, ਹਸਪਤਾਲ, ਪਸ਼ੂ ਪਾਲਣ ਆਦਿ। ਇਸ ਦੇ ਪਹਿਲਾਂ 66 ਵਿਸ਼ੇ ਸੀ ਅਤੇ ਹੁਣ 61 ਵਿਸ਼ੇ ਹਨ। ਉਹ 5 ਵਿਸ਼ੇ ਕਿਹੜੀ ਸੋਧ ਰਾਹੀਂ ਸਮਵਰਤੀ ਸੂਚੀ 'ਚ ਐਡ ਕੀਤੇ, ਉਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ। ਸਮਵਰਤੀ ਸੂਚੀ, ਇਸ ਉੱਤੇ ਕਾਨੂੰਨ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਨੋਂ ਮਿਲ ਕੇ ਬਣਾਉਂਦੇ ਹਨ, ਪਰੰਤੂ ਜੇ ਦੋਨਾਂ ਦੇ ਭਾਵਨਾਵਾਂ ਦੇ ਵਿੱਚ ਟਕਰਾਅ ਹੁੰਦਾ ਹੈ ਤਾਂ ਸੈਂਟਰ ਦੀ ਸੁਣੀ ਜਾਂਦੀ ਹੈ, ਮਤਲਬ ਸੈਂਟਰ ਸਰਕਾਰ ਦੀ ਗੱਲ ਮੰਨੀ ਜਾਂਦੀ ਹੈ। ਜਿਵੇਂ ਸਿੱਖਿਆ, ਵਣ, ਜੰਗਲੀ ਜੀਵ ਆਦਿ, ਇਹ ਸਭ ਸਮਵਰਤੀ ਸੂਚੀ ਦੇ ਵਿੱਚ ਆਉਂਦੇ ਹਨ। ਇਸ ਦੇ ਪਹਿਲਾਂ 47 ਵਿਸ਼ੇ ਸੀ, ਹੁਣ 52 ਵਿਸ਼ੇ ਹਨ। 42ਵੀਂ ਸੋਧ 1976 ਰਾਹੀਂ 5 ਵਿਸ਼ੇ ਸਿੱਖਿਆ, ਵਣ, ਜੰਗਲੀ ਜੀਵਨ, ਜਨਸੰਖਿਆ ਕੰਟਰੋਲ ਅਤੇ ਨਾਪਤੋਲ ਰਾਜ ਸੂਚੀ ਵਿੱਚੋਂ ਕੱਢ ਕੇ ਸਮਵਰਤੀ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। 8ਵੀਂ ਅਨੁਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈ। ਮੂਲ ਸੰਵਿਧਾਨ ਵਿੱਚ 14 ਭਾਸ਼ਾ ਸਨ, ਹੁਣ 22 ਭਾਸ਼ਾਵਾਂ ਹਨ। 21ਵੀਂ ਸੋਧ 1967 ਰਾਹੀਂ ਸਿੰਧੀ ਭਾਸ਼ਾ ਨੂੰ ਜੋੜਿਆ ਗਿਆ। 71ਵੀਂ ਸੋਧ 1992 ਰਾਹੀਂ 3 ਭਾਸ਼ਾ, ਜਿਹਨੂੰ ਯਾਦ ਰੱਖਣ ਲਈ ਨਮਕ ਜੋੜਿਆ ਗਿਆ, ਨੇਪਾਲੀ, ਮਣੀਪੁਰੀ ਅਤੇ ਕੋਂਕਣੀ। 92ਵੀਂ ਸੋਧ 2003 ਰਾਹੀਂ 4 ਭਾਸ਼ਾਵਾਂ ਜੋੜੀਆਂ ਗਈਆਂ, ਸੰਥਾਲੀ, ਮੈਥਾਲੀ, ਬੋਡੋ ਅਤੇ ਡੋਗਰੀ। ਇਹ 4 ਭਾਸ਼ਾਵਾਂ ਨੂੰ 92ਵੀਂ ਸੋਧ 2003 ਰਾਹੀਂ ਐਡ ਕੀਤਾ ਗਿਆ। ਇਹਨਾਂ 4 ਨੂੰ ਜੋੜਨ ਦੇ ਨਾਲ ਹੁਣ ਸੰਵਿਧਾਨ ਦੇ ਵਿੱਚ ਭਾਸ਼ਾਵਾਂ ਦੀ ਗਿਣਤੀ 22 ਹੋ ਗਈ ਹੈ। ਭਾਰਤੀ ਸੰਵਿਧਾਨ ਦੇ ਵਿੱਚ ਇੱਕੋ ਇੱਕ ਵਿਦੇਸ਼ੀ ਭਾਸ਼ਾ ਹੈ, ਉਹ ਹੈ ਨੇਪਾਲੀ। ਕਿਸੇ ਨੇ ਅੰਗਰੇਜ਼ੀ ਨਹੀਂ ਲਾਉਣਾ, ਅੰਗਰੇਜ਼ੀ ਇੱਕ ਕਮਿਊਨੀਕੇਸ਼ਨ ਦੀ ਭਾਸ਼ਾ ਹੈ, ਉਹ ਸਾਡੇ ਸੰਵਿਧਾਨ ਵਿੱਚ ਦਰਜ ਨਹੀਂ ਹੈ। 9ਵੀਂ ਅਨੁਸੂਚੀ, ਇਹ ਪਹਿਲੀ ਸੋਧ 1951 ਰਾਹੀਂ ਜੋੜੀ ਗਈ ਸੀ ਅਤੇ ਇਹ ਭੂਮੀ ਸੁਧਾਰ ਨਾਲ ਸੰਬੰਧਿਤ ਹੈ। 10ਵੀਂ ਅਨੁਸੂਚੀ ਦਲ ਬਦਲੀ ਨਾਲ ਸੰਬੰਧਿਤ ਹੈ, ਇਸ ਨੂੰ 52ਵੀਂ ਸੋਧ 1985 ਰਾਹੀਂ ਜੋੜਿਆ ਗਿਆ ਹੈ। 11ਵੀਂ ਅਨੁਸੂਚੀ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ, ਇਸ ਨੂੰ 73ਵੀਂ ਸੋਧ 1992 ਰਾਹੀਂ ਸੰਵਿਧਾਨ ਦੇ ਭਾਗ 9 ਵਿੱਚ ਜੋੜਿਆ ਗਿਆ। ਪੰਚਾਇਤੀ ਰਾਜ 24 ਅਪ੍ਰੈਲ 1993 ਨੂੰ ਲਾਗੂ ਕੀਤਾ, ਇਸੇ ਕਰਕੇ 24 ਅਪ੍ਰੈਲ ਨੂੰ ਪੰਚਾਇਤੀ ਡੇ ਮਨਾਇਆ ਜਾਂਦਾ ਹੈ। ਪੰਚਾਇਤੀ ਰਾਜ ਨਾਲ ਸੰਬੰਧਿਤ ਕਮੇਟੀਆਂ, ਕਿਉਂਕਿ ਕਮੇਟੀਆਂ ਵਿੱਚੋਂ ਕੁਐਸਚਨ ਬਾਰ-ਬਾਰ ਰਿਪੀਟ ਹੋ ਰਹੇ ਹਨ, ਕਿਹੜੀ ਕਮੇਟੀ ਪੰਚਾਇਤੀ ਰਾਜ ਨਾਲ ਸੰਬੰਧਿਤ ਹੈ ਜਾਂ ਨਹੀਂ ਹੈ। ਬਲਵੰਤ ਰਾਏ ਮਹਿਤਾ ਕਮੇਟੀ 1957 ਵਿੱਚ, ਅਸ਼ੋਕ ਮਹਿਤਾ ਕਮੇਟੀ 1977 ਵਿੱਚ, GVK ਰਾਓ ਕਮੇਟੀ 1985 ਵਿੱਚ, LM ਸਿੰਘਵੀ ਕਮੇਟੀ ਜਾਂ ਲక్ష్ਮੀ ਮੱਲ ਸਿੰਘਵੀ ਕਮੇਟੀ 1986 ਦੇ ਵਿੱਚ। 2 ਉਪ ਕਮੇਟੀਆਂ ਬਣੀਆਂ, ਥੁੰਗਣ ਕਮੇਟੀ ਅਤੇ ਗੌਡਗਿੱਲ ਕਮੇਟੀ, ਇਹ 1988 ਦੇ ਵਿੱਚ ਬਣੀਆਂ। ਇਹ ਉਪ ਕਮੇਟੀਆਂ ਨੇ, ਪਰ ਇਹ ਵੀ ਪੰਚਾਇਤੀ ਰਾਜ ਨਾਲ ਸੰਬੰਧਿਤ ਹਨ। ਪੰਚਾਇਤੀ ਰਾਜ 3 ਪੱਧਰੀ ਸਿਸਟਮ ਹੈ, ਜਿਸ ਦਾ ਸਭ ਤੋਂ ਹੇਠਲਾ ਸਤਰ ਹੈ ਗ੍ਰਾਮ ਪੰਚਾਇਤ, ਜਿਸ ਦੇ ਮੁਖੀ ਨੂੰ ਸਰਪੰਚ ਕਿਹਾ ਜਾਂਦਾ ਹੈ। ਬਲਾਕ ਸੰਮਤੀ ਦੇ ਮੁਖੀ ਨੂੰ ਚੇਅਰਮੈਨ ਕਿਹਾ ਜਾਂਦਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਮੁਖੀ ਨੂੰ ਵੀ ਚੇਅਰਮੈਨ ਕਿਹਾ ਜਾਂਦਾ ਹੈ। ਪੰਚਾਇਤੀ ਰਾਜ ਨੂੰ 29 ਵਿਸ਼ੇ ਦਿੱਤੇ ਗਏ ਹਨ। ਇਸ ਦੇ ਆਰਟੀਕਲ 243 ਤੋਂ ਲੈ ਕੇ 243 ਓ ਤੱਕ ਹਨ। 12ਵੀਂ ਅਨੁਸੂਚੀ, ਇਹ ਸ਼ਹਿਰੀ ਸ਼ਾਸਨ ਨਾਲ ਸੰਬੰਧਿਤ ਹੈ। ਇਸ ਨੂੰ 74ਵੀਂ ਸੋਧ 1992 ਰਾਹੀਂ ਸੰਵਿਧਾਨ ਦੇ ਭਾਗ 9A ਵਿੱਚ ਜੋੜਿਆ ਗਿਆ। ਇਸ ਦੇ ਆਰਟੀਕਲ 243P ਤੋਂ 243ZG ਹਨ। ਇਸ ਨੂੰ 1 ਜੂਨ 1993 ਨੂੰ ਲਾਗੂ ਕੀਤਾ ਗਿਆ। ਇਹ ਵੀ 3 ਪੱਧਰੀ ਸਿਸਟਮ ਹੈ, ਜਿਸ ਦਾ ਸਭ ਤੋਂ ਨਿਚਲਾ ਸਤਰ ਨਗਰ ਪੰਚਾਇਤ ਹੈ। ਨਗਰ ਪੰਚਾਇਤ ਦੇ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ। ਨਗਰ ਪਾਲਿਕਾ ਦੇ ਮੁਖੀ ਨੂੰ ਵੀ ਪ੍ਰਧਾਨ ਕਿਹਾ ਜਾਂਦਾ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਮੁਖੀ 'ਤੇ ਕੁਐਸਚਨ ਆਇਆ ਹੋਇਆ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ, ਉਸ ਨੂੰ ਮੇਅਰ ਕਿਹਾ ਜਾਂਦਾ ਹੈ, ਪਰੰਤੂ ਪੰਜਾਬੀ ਦੇ ਵਿੱਚ ਸ਼ਬਦ ਵਰਤਿਆ ਗਿਆ ਸੀ ਮਹਾਪੌਰ। ਇਹ ਦੋਨੋਂ ਯਾਦ ਰੱਖਿਓ, ਮੇਅਰ ਜਾਂ ਮਹਾਪੌਰ। ਮਹੱਤਵਪੂਰਨ ਭਾਗ ਅਤੇ ਅਨੁਛੇਦ, ਸੰਵਿਧਾਨ ਦਾ ਭਾਗ ਪਹਿਲਾ ਰਾਜ ਅਤੇ ਉਸ ਦੇ ਖੇਤਰ ਨਾਲ ਸੰਬੰਧਿਤ ਹੈ, ਜਿਸ ਦੇ 1 ਤੋਂ ਲੈ ਕੇ 4 ਆਰਟੀਕਲ ਹਨ। ਆਪਾਂ ਮਹੱਤਵਪੂਰਨ ਆਰਟੀਕਲ ਹੀ ਕਰਾਂਗੇ। ਆਰਟੀਕਲ 1, ਜਿਸ ਦੇ ਵਿੱਚ ਭਾਰਤ ਰਾਜਾਂ ਦਾ ਸੰਘ ਹੈ। ਆਰਟੀਕਲ 2, ਨਵੇਂ ਰਾਜਾਂ ਨੂੰ ਸ਼ਾਮਲ ਕਰਨਾ।
ਆਰਟੀਕਲ 3 ਰਾਜਾਂ ਦੀਆਂ ਹੱਦਾਂ ਜਾਂ ਸੀਮਾਵਾਂ ਨੂੰ ਘਟਾਉਣਾ ਜਾਂ ਵਧਾਉਣਾ ਜਾਂ ਕਿਸੇ ਦਾ ਨਾਮ ਬਦਲਣ ਸੰਬੰਧੀ। ਭਾਗ ਦੂਜੇ ਦੇ ਵਿੱਚੋਂ ਬਾਰ-ਬਾਰ ਕੁਐਸਚਨ ਪੁੱਛੇ ਜਾ ਰਹੇ ਹਨ। ਭਾਗ ਦੂਜਾ ਸੰਬੰਧਿਤ ਹੈ ਨਾਗਰਿਕਤਾ ਦੇ ਨਾਲ, ਜਿਸ ਦੇ ਆਰਟੀਕਲ 5 ਤੋਂ ਲੈ ਕੇ 11 ਤੱਕ ਹੈ। ਭਾਰਤ ਦੇ ਵਿੱਚ ਅਕੈਰੀ ਨਾਗਰਿਕਤਾ ਪਾਈ ਜਾਂਦੀ ਹੈ, USA ਦੇ ਵਿੱਚ ਦੋਹਰੀ ਨਾਗਰਿਕਤਾ ਹੈ ਅਤੇ ਸਵਿਟਜ਼ਰਲੈਂਡ ਦੇ ਵਿੱਚ ਤੀਹਰੀ ਨਾਗਰਿਕਤਾ ਪਾਈ ਜਾਂਦੀ ਹੈ। ਆਰਟੀਕਲ 5 ਜੋ ਲੋਕ 26 ਜਨਵਰੀ 1950 ਜਾਂ ਇਸ ਤੋਂ ਪਹਿਲਾਂ ਭਾਰਤ ਵਿੱਚ ਰਹਿ ਰਹੇ ਹਨ ਉਹਨਾਂ ਦੀ ਨਾਗਰਿਕਤਾ ਭਾਰਤੀ ਹੋਵੇਗੀ। ਆਰਟੀਕਲ 6 19 ਜੁਲਾਈ 1948 ਤੋਂ ਪਹਿਲਾਂ ਜੋ ਪਾਕਿਸਤਾਨੀ ਭਾਰਤ ਆ ਕੇ ਵਸਣ ਲੱਗੇ ਉਹਨਾਂ ਦੀ ਨਾਗਰਿਕਤਾ ਵੀ ਭਾਰਤੀ ਹੋਵੇਗੀ। ਆਰਟੀਕਲ 7 ਜਿਹੜੇ ਵਿਅਕਤੀ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਉਹਨਾਂ ਦੀ ਨਾਗਰਿਕਤਾ ਭਾਰਤ ਵਿੱਚੋਂ ਖਤਮ ਕਰ ਦਿੱਤੀ ਜਾਵੇਗੀ। ਆਰਟੀਕਲ 8 NRI ਲੋਕਾਂ ਦੀ ਨਾਗਰਿਕਤਾ ਦਾ ਵਰਣਨ ਕਰਦਾ ਹੈ। ਆਰਟੀਕਲ 9 ਵਿਦੇਸ਼ੀ ਨਾਗਰਿਕਤਾ NRI ਨੂੰ ਵਿਦੇਸ਼ੀ ਨਾਗਰਿਕਤਾ ਪ੍ਰਾਪਤ ਹੋਣ 'ਤੇ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਊਗੀ। ਜਿਹੜੇ ਲੋਕਾਂ ਨੂੰ ਵਿਦੇਸ਼ ਦੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦੀ ਭਾਰਤ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ। ਇਹ ਆਰਟੀਕਲ 9 ਵਿੱਚ ਹੈ। ਆਰਟੀਕਲ 10 ਨਾਗਰਿਕਤਾ ਦੇ ਅਧਿਕਾਰ ਬਣੇ ਰਹਿਣ ਦਾ ਵਰਣਨ ਹੈ। ਆਰਟੀਕਲ 11 ਨਾਗਰਿਕਤਾ ਵਿੱਚ ਸੋਧ ਇਕੱਲੇ ਸੰਸਦ ਕਰ ਸਕਦੀ ਹੈ। ਭਾਰਤੀ ਨਾਗਰਿਕਤਾ ਐਕਟ 1955 ਵਿੱਚ ਆਇਆ ਸੀ ਅਤੇ ਇਸ ਵਿੱਚ ਹੁਣ ਤੱਕ 6 ਵਾਰ ਸੋਧ ਹੋ ਚੁੱਕੀ ਹੈ। ਇਹ ਪੰਜਾਬ ਪੁਲਿਸ ਦੇ ਪੇਪਰ 'ਚ ਨਹੀਂ ਪਰੰਤੂ ਪੰਜਾਬ ਦੇ ਬਹੁਤ ਪੇਪਰਾਂ ਵਿੱਚ ਪੁੱਛਿਆ ਗਿਆ ਹੈ ਨਾਗਰਿਕਤਾ ਸੋਧ ਐਕਟ ਕਦੋਂ ਆਇਆ ਅਤੇ ਉਸ ਵਿੱਚ ਕਿੰਨੇ ਵਾਰ ਸੋਧ ਹੋ ਚੁੱਕੀ ਹੈ। ਜਿਹੜੀਆਂ 6 ਸੋਧਾਂ ਹੋਈਆਂ ਨੇ ਉਹ 1986 1992 2003 2005 2015 ਅਤੇ 2019 ਜਿਸ 'ਚ NRC CA ਵੀ ਆਇਆ ਸੀ। ਭਾਗ ਤੀਜਾ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈ 12 ਤੋਂ ਲੈ ਕੇ 35 ਤੱਕ। ਮੌਲਿਕ ਅਧਿਕਾਰ ਆਪਾਂ USA ਯਾਨੀ ਕਿ ਅਮਰੀਕਾ ਤੋਂ ਲਏ ਹਨ। ਮੂਲ ਸੰਵਿਧਾਨ ਵਿੱਚ 7 ਤਰ੍ਹਾਂ ਦੇ ਅਧਿਕਾਰ ਸੀ ਪਰੰਤੂ 44ਵੀਂ ਸੋਧ 1978 ਰਾਹੀਂ ਸੰਪत्ति ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਬਣਾਇਆ ਗਿਆ, ਜਿਸ ਦਾ ਪਹਿਲਾਂ ਆਰਟੀਕਲ 31 ਸੀ ਅਤੇ ਹੁਣ 300A ਵਿੱਚ ਦਰਜ ਹੈ। ਆਰਟੀਕਲ 12 ਭਾਰਤ ਨੂੰ ਸੰਵਿਧਾਨ ਵਿੱਚ ਰਾਜ ਕਿਹਾ ਗਿਆ ਹੈ। ਇਸ ਵਿੱਚ ਰਾਜ ਦੀ ਪਰਿਭਾਸ਼ਾ ਦਿੱਤੀ ਗਈ ਹੈ। ਆਰਟੀਕਲ 13 ਮੌਲਿਕ ਅਧਿਕਾਰਾਂ ਵਿੱਚ ਸੋਧ ਕਰਨ ਦਾ ਅਧਿਕਾਰ ਸੰਸਦ ਨੂੰ ਹੈ। ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ ਲੈ ਕੇ 18 ਤੱਕ। ਆਰਟੀਕਲ 14 ਕਾਨੂੰਨ ਦੇ ਸਾਹਮਣੇ ਸਮਾਨਤਾ ਮਤਲਬ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਹਨ। ਇਹ ਸਿਧਾਂਤ ਮਿਸਟਰ ਡਾਇਸੀ ਨੇ ਦਿੱਤਾ ਸੀ ਜੋ ਇੰਗਲੈਂਡ ਦਾ ਸੀ। ਆਰਟੀਕਲ 15 ਹਰ ਇੱਕ ਤਰ੍ਹਾਂ ਦੀ ਭੇਦਭਾਵ ਦੀ ਮਨਾਹੀ ਲਈ ਆਰਟੀਕਲ 15 ਹੈ। ਆਰਟੀਕਲ 16 ਸਮਾਨ ਅਵਸਰ ਜਾਂ ਸਮਾਨ ਮੌਕੇ ਆਰਟੀਕਲ 16 ਤਹਿਤ ਦਿੱਤੇ ਜਾਂਦੇ ਹਨ। ਆਰਟੀਕਲ 17 ਛੂਤਛਾਤ ਦੀ ਮਨਾਹੀ ਕੀਤੀ ਗਈ ਹੈ। ਆਰਟੀਕਲ 18 ਵਿੱਚ ਉਪਾਧੀਆਂ ਦਾ ਖਾਤਮਾ ਕੀਤਾ ਗਿਆ ਹੈ। ਜਿਵੇਂ ਪਹਿਲਾਂ ਸ਼ੇਰੇ ਪੰਜਾਬ, ਪੰਜਾਬ ਕੇਸਰੀ ਇੱਦਾਂ ਦੇ ਟਾਈਟਲ ਦਿੱਤੇ ਜਾਂਦੇ ਸੀ ਪਰੰਤੂ ਹੁਣ ਉਹਨਾਂ ਨੂੰ ਬਦਲ ਕੇ ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਸ਼੍ਰੀ ਵਰਗੇ ਅਵਾਰਡ ਦਿੱਤੇ ਜਾਂਦੇ ਹਨ। ਹੁਣ ਕਿਸੇ ਨੂੰ ਕੋਈ ਉਪਾਧੀ ਨਹੀਂ ਦਿੱਤੀ ਜਾਂਦੀ। ਤਾਂ ਉਪਾਧੀਆਂ ਦੇ ਖਾਤਮੇ ਲਈ ਆਰਟੀਕਲ 18। ਸੁਤੰਤਰਤਾ ਦਾ ਅਧਿਕਾਰ ਆਰਟੀਕਲ 19 ਤੋਂ 22 ਤੱਕ। ਆਰਟੀਕਲ 19 ਵਿੱਚ 6 ਤਰ੍ਹਾਂ ਦੀ ਸੁਤੰਤਰਤਾ ਦੀ ਗੱਲ ਕਹੀ ਹੈ, ਜਿਹਦੇ ਵਿੱਚ ਭਾਸ਼ਣ ਦੇਣਾ, ਪ੍ਰੈਸ ਦੀ ਆਜ਼ਾਦੀ, ਸ਼ਾਂਤਪੂਰਨ ਸਭਾ ਬਣਾਉਣਾ ਜਾਂ ਸੰਘ ਬਣਾਉਣੇ, ਘੁੰਮਣਾ ਫਿਰਨ ਦੀ ਆਜ਼ਾਦੀ, ਰੁਜ਼ਗਾਰ ਪ੍ਰਾਪਤ ਕਰਨ ਦੀ ਆਜ਼ਾਦੀ ਆਦਿ ਇਹ ਸੁਤੰਤਰਤਾ ਆਰਟੀਕਲ 19 ਵਿੱਚ ਦਿੱਤੀ ਗਈ ਹੈ। ਆਰਟੀਕਲ 20 ਇਸ ਦੇ ਬਾਰੇ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਹੈ। ਅਪਰਾਧੀ ਨੂੰ ਖੁਦ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਅਪਰਾਧੀ ਨੂੰ ਉਸ ਮੁਤਾਬਕ ਹੀ ਸਜ਼ਾ ਹੋਵੇਗੀ ਜੋ ਅਪਰਾਧ ਕਰਨ ਵੇਲੇ ਹੋਵੇਗਾ। ਆਰਟੀਕਲ 21 ਨਿੱਜੀ ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ। ਆਰਟੀਕਲ 20 ਅਤੇ 21 ਆਰਟੀਕਲ ਕਦੇ ਵੀ ਖਤਮ ਨਹੀਂ ਹੋ ਸਕਦੇ। ਆਰਟੀਕਲ 21A 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ।
ਇਹ 86ਵੀਂ ਸੋਧ 2002 ਰਾਹੀਂ ਜੋੜਿਆ ਗਿਆ। ਆਰਟੀਕਲ 22 ਅਪਰਾਧੀ ਨੂੰ ਬਿਨਾਂ ਦੱਸੇ गिरफ्तार नहीं कर सकते। गिरफ्तार करने के 24 घंटिया के अंदर मैजिस्ट्रेट सामने पेश करना हुंदा है। अपराधी नूं मनपसंद वकील करने की आज़ादी है। शोषण विरुद्ध अधिकार आर्टिकल 23 अते 24। आर्टिकल 23 मनुखी वपार जबरन मजदूरी की मनाही। आर्टिकल 24 बाल मजदूरी ते रोक। धार्मिक सुतंत्रता का अधिकार आर्टिकल 25 तो 28। आर्टिकल 23 विच मनुखी वपार जबरन मजदूरी की मनाही है। आर्टिकल 24 दे विच बाल मजदूरी ते रोक है। बाल मजदूरी 2-4 24 का 2-4 मतलब 2-4 साल के जवाकां नूं मजदूरी करवाउणा, इस तरह याद रख लिओ। धार्मिक सुतंत्रता का अधिकार आर्टिकल 25 तो 28। आर्टिकल 25 किसी भी धर्म नूं मन्नना जां प्रचार करने की सुतंत्रता, मतलब कानून के सामने धर्म बराबर है। आर्टिकल 26 धार्मिक कामां ते प्रबंध करने की सुतंत्रता, कोई भी अपने धर्म नूं लैके कोई भी प्रबंध कर सकता है, इस दे विच सब नूं सुतंत्रता है। आर्टिकल 27 दे विच धार्मिक संस्थावां नूं टैक्स ना देण दी आज़ादी। जरूरी नहीं हर एक धर्म दे विच टैक्स दिता जाए, वो अपनी मर्जी अनुसार हुंदा है, परंतु किसी ते थोपिया नहीं जाता। आर्टिकल 28 कुछ विद्यक संस्थावां विच धार्मिक सिक्ख्या शामिल होने की सुतंत्रता। सभ्याचारक अते विद्यक अधिकार आर्टिकल 29-30। आर्टिकल 29 घट गिणती के लोगों के अधिकार की सुरक्षा की गल करी गई है। आर्टिकल 30 दे विच घट गिणती के लोगों के लिए विद्यक संस्थावां नूं स्थापित करना अते प्रशासन करने का अधिकार है। आर्टिकल 31 इस नूं हुण कढ के संपत्ति का अधिकार या कानूनी अधिकार बना दिता गया है। पहला संपत्ति का अधिकार सी, हुण 44वीं सोध 1978 राही 300A आर्टिकल विच बदल दिता गया है। आर्टिकल 32 संविधानिक उपचारां का अधिकार, इस आर्टिकल नूं भीम राव अंबेडकर जी ने संविधान का दिल अते आत्मा कहा गया, क्योंकि जे साडे मौलिक अधिकारों नूं लैके किसी भी तरह की छेड़छाड़ हुंदी है तो असीं आर्टिकल 32 के तहत सुप्रीम कोर्ट जा सकते हाँ। आर्टिकल 33 संसद कोल अधिकार है कि वह सेना पुलिस के अधिकारों की सीमा निर्धारित कर सकती है। आर्टिकल 34 जेकर राष्ट्रपति शासन लग जाए तो संसद मौलिक अधिकारों पर रोक लगा सकती है। आर्टिकल 35 मौलिक अधिकारां नूं होर प्रभावशाली बनाउण दे लई अधिकार केवल संसद कोल होवेगा, ना कि किसी राज दी विधान मंडल कोल। भाग चौथा राज दे नीति निर्देशक सिद्धांत, जिन्हां दा आर्टिकल है 36 तो लैके 51 तक, इन्हां दे विच्चों भी क्वेश्चन पूछे गए हैं। यह सिद्धांत BN राव के सुझाव नाल शामिल किए गए सी। इन्हां नूं शामिल करने का मकसद भारत नूं कल्याणकारी राज बनाउणा है। इन्हां नूं अदालतां जां कानून द्वारा लागू नहीं करवाया जाता, यह न्याययोग नहीं हैं। यह सिद्धांत 3 प्रकार के हुंदे हैं, गांधीवादी, समाजवादी अते उदारवादी। आर्टिकल 36 दे विच राज की परिभाषा दी गई है, जिस विच समुची भारत सरकार, संसद अते नागरिक सारे शामिल हैं। आर्टिकल 37 राज दे नीति निर्देशक सिद्धांत लागू करना या बनवाउणा राज का कर्तव्य है, कोई संविधानिक शक्ति लागू नहीं करवा सकती, मतलब कि यह स्टेट की जिम्मेवारी है। समाजवादी सिद्धांत आर्टिकल 38 भारत नूं कल्याणकारी राज बनाउण लई लोकां नूं समाजिक, आर्थिक अते राजनीतिक न्याय प्राप्त होवे अते जो देश विच असमानतावां हन उन्हां नूं घट करन लई राज कोशिश करेगा। आर्टिकल 39 सारे नागरिकां नूं समान सिक्ख्या, समान मौके अते समान तनख्वाह मिलेगी, यह काम राज दा है। आर्टिकल 39A राज मुफ्त कानूनी सहायता देवेगा ताकि गरीबां नूं न्याय मिल सके। ये आर्टिकल पूछा गया सी किहड़ी सोध राहीं जोड़िया गया है, यह 42वीं सोध 1976 राहीं जोड़िया है। आर्टिकल 41 लोकां नूं काम करन दा अधिकार,
ਸਿੱਖਿਆ ਦਾ ਅਧਿਕਾਰ ਜਾਂ ਬੇਰੁਜ਼ਗਾਰੀ, ਬੁਢਾਪਾ, ਬਿਮਾਰੀ ਜਾਂ ਅਯੋਗਤਾ ਦੀ ਸਹੂਲਤ ਵਿੱਚ ਰਾਜ ਸਰਵਜਨਕ ਸਹਾਇਤਾ ਕਰੇਗਾ। ਆਰਟੀਕਲ 42 ਕੰਮ ਕਰਨ ਦੇ ਲਈ ਉਚਿਤ ਹਾਲਾਤ ਪੈਦਾ ਕਰਨੇ, ਜਣੇਪੇ ਦੇ ਸਮੇਂ ਔਰਤਾਂ ਦੀ ਮਦਦ ਕਰਨੀ। ਗਾਂਧੀਵਾਦੀ ਸਿਧਾਂਤ, ਜਿਨ੍ਹਾਂ ਵਿੱਚ ਸਭ ਤੋਂ ਮੁੱਖ ਆਰਟੀਕਲ 40 ਗ੍ਰਾਮ ਪੰਚਾਇਤਾਂ ਦਾ ਗਠਨ ਅਤੇ ਸਵੈ ਸ਼ਾਸਨ ਦਾ ਅਧਿਕਾਰ ਦੇਣਾ। ਆਰਟੀਕਲ 43 ਜਿਉਂਦੇ ਰਹਿਣ ਲਈ ਮਜ਼ਦੂਰੀ ਕਰਨ ਅਤੇ ਆਪਣੇ ਲਘੂ ਉਦਯੋਗਾਂ ਦਾ ਵਿਕਾਸ ਕਰਨ ਦਾ ਅਧਿਕਾਰ ਰਾਜ ਦੇਵੇਗਾ। ਆਰਟੀਕਲ 43A ਉਦਯੋਗਾਂ ਦੇ ਪ੍ਰਬੰਧ ਵਿੱਚ ਮਜ਼ਦੂਰਾਂ ਦੀ ਭਾਗੀਦਾਰੀ, ਇਹ ਵੀ 42ਵੀਂ ਸੋਧ 1976 ਰਾਹੀਂ ਜੋੜਿਆ ਗਿਆ ਹੈ। ਇਹ ਆਰਟੀਕਲ ਜ਼ਰੂਰ ਯਾਦ ਕਰ ਲਿਓ ਜਿਹੜੇ ਕਿਸੇ ਨਾ ਕਿਸੇ ਸੋਧ ਰਾਹੀਂ ਜੋੜੇ ਗਏ ਹਨ। ਆਰਟੀਕਲ 43B ਸਹਿਕਾਰੀ ਸਮਿਤੀਆਂ ਦੇ ਪ੍ਰਬੰਧਨ ਬਾਰੇ 97ਵੀਂ ਸੋਧ 2011, ਇਹ ਕੁਐਸਚਨ ਵੀ ਪੁੱਛਿਆ ਗਿਆ ਹੈ। 97ਵੀਂ ਸੋਧ 2011 ਰਾਹੀਂ ਕਿਹੜਾ ਆਰਟੀਕਲ ਜੋੜਿਆ ਗਿਆ ਸੀ? ਉਹ 43B। ਆਰਟੀਕਲ 46 ਪਛੜੇ ਵਰਗ SC ST ਦੇ ਲਈ ਸਿੱਖਿਆ ਦੇ ਅਤੇ ਆਰਥਿਕ ਹਿੱਤਾਂ ਦਾ ਧਿਆਨ ਰੱਖੇਗਾ। ਆਰਟੀਕਲ 47 ਜਨ ਸੁਧਾਰ, ਸਿਹਤ, ਭੋਜਨ ਸੰਬੰਧੀ ਨਸ਼ੀਲੇ ਪਦਾਰਥਾਂ ਤੇ ਰੋਕ। ਆਰਟੀਕਲ 48B ਪਸ਼ੂ ਹੱਤਿਆ ਤੇ ਰੋਕ। ਉਦਾਰਵਾਦੀ ਸਿਧਾਂਤ। ਆਰਟੀਕਲ 44 ਇਹ ਪੁੱਛਿਆ ਗਿਆ ਹੈ ਨਾਗਰਿਕਾਂ ਨੂੰ ਇੱਕੋ ਜਿਹੀ ਕਾਨੂੰਨੀ ਵਿਵਸਥਾ ਪ੍ਰਦਾਨ ਕਰਨੀ ਜਾਂ ਯੂਨੀਫਾਰਮ ਕੋਡ, ਯੂਨੀਫਾਰਮ ਸਿਵਲ ਕੋਡ, ਇਹ ਆਰਟੀਕਲ ਬਾਰੇ ਪੁੱਛਿਆ ਗਿਆ ਹੈ। ਆਰਟੀਕਲ 45 ਸਿੱਖਿਆ ਦਾ ਅਧਿਕਾਰ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ 86ਵੀਂ ਸੋਧ 2002 ਰਾਹੀਂ ਜੋੜੀ ਗਈ। ਇਹ ਮੌਲਿਕ ਅਧਿਕਾਰ ਵੀ ਹੈ, ਮੌਲਿਕ ਕਰਤੱਵ ਵੀ ਹੈ। ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਆਰਟੀਕਲ 45 ਵਿੱਚ ਵੀ ਆਉਂਦਾ ਹੈ। ਆਰਟੀਕਲ 48 ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਵਿੱਚ ਸੁਧਾਰ ਕਰਨਾ। ਆਰਟੀਕਲ 48A ਵਾਤਾਵਰਣ, ਜੰਗਲ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰਨਾ, ਇਹ ਵੀ 42ਵੀਂ ਸੋਧ 1976 ਰਾਹੀਂ ਜੋੜਿਆ ਗਿਆ ਸੀ। ਇਸੇ ਕਰਕੇ 42ਵੀਂ ਸੋਧ 1976 ਨੂੰ ਮਿੰਨੀ ਸੰਵਿਧਾਨ ਵੀ ਕਿਹਾ ਜਾਂਦਾ ਹੈ। ਆਰਟੀਕਲ 49 ਇਹ ਕੁਐਸਚਨ ਪੁੱਛਿਆ ਗਿਆ ਸੀ ਇਤਿਹਾਸਕ ਇਮਾਰਤਾਂ ਦੀ ਰੱਖਿਆ ਅਤੇ ਸਾਂਭ ਸੰਭਾਲ ਕਰਨਾ। ਆਰਟੀਕਲ 50 ਰਾਜ ਆਪਣੀ ਕਾਰਜਪਾਲਿਕਾ ਨੂੰ ਨਿਆਂਪਾਲਿਕਾ ਤੋਂ ਵੱਖ ਰੱਖੇਗਾ। ਆਰਟੀਕਲ 51 ਅੰਤਰਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਦਾ ਵਰਣਨ ਇਸ ਆਰਟੀਕਲ ਵਿੱਚ ਕੀਤਾ ਗਿਆ ਹੈ। ਇਹ ਆਪਣਾ ਇੰਟਰਨੈਸ਼ਨਲ ਆਰਟੀਕਲ ਹੈ। ਭਾਗ 4A ਮੌਲਿਕ ਕਰਤੱਵ, ਜਿਨ੍ਹਾਂ ਦਾ ਆਰਟੀਕਲ ਹੈ 51A। ਇਹ ਸਵਰਨ ਸਿੰਘ ਕਮੇਟੀ ਦੇ ਸੁਝਾਅ ਤੇ 42ਵੀਂ ਸੋਧ 1976 ਰਾਹੀਂ ਮੌਲਿਕ ਕਰਤੱਵ ਜੋੜੇ ਗਏ ਸੀ। ਸਵਰਨ ਸਿੰਘ ਕਮੇਟੀ ਨੇ 8 ਕਰਤੱਵਾਂ ਦੀ ਜੋੜਨ ਦੀ ਸਿਫਾਰਿਸ਼ ਕੀਤੀ ਸੀ, ਪਰੰਤੂ ਸਰਕਾਰ ਨੇ 10 ਕਰਤੱਵ ਜੋੜੇ ਸੀ। ਹੁਣ 11 ਕਰਤੱਵ ਹਨ। 11ਵਾਂ ਕਰਤੱਵ 86ਵੀਂ ਸੋਧ 2002 ਰਾਹੀਂ ਜੋੜਿਆ ਗਿਆ ਸੀ, ਜੋ ਸਿੱਖਿਆ ਨਾਲ ਸੰਬੰਧਿਤ ਹੈ। 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ। ਭਾਗ 5 ਇਹ ਸੰਘ ਸਰਕਾਰ ਜਾਂ ਸੈਂਟਰ ਸਰਕਾਰ ਜਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ, ਜਿਸ ਦੇ ਆਰਟੀਕਲ 52 ਤੋਂ ਲੈ ਕੇ 151 ਹਨ। ਆਰਟੀਕਲ 52 ਭਾਰਤ ਦਾ ਇੱਕ ਰਾਸ਼ਟਰਪਤੀ ਹੋਵੇਗਾ, ਮਤਲਬ ਰਾਸ਼ਟਰਪਤੀ ਦੇ ਅਹੁਦੇ ਦੀ ਗੱਲ ਕੀਤੀ ਗਈ ਹੈ। ਆਰਟੀਕਲ 53 ਦੇ ਵਿੱਚ ਸੰਘ ਦੀ ਕਾਰਜਪਾਲਿਕਾ ਦਾ ਮੁਖੀ ਰਾਸ਼ਟਰਪਤੀ ਹੋਵੇਗਾ। ਆਰਟੀਕਲ 54 ਰਾਸ਼ਟਰਪਤੀ ਦੀ ਚੋਣ ਦੀ ਗੱਲ ਕੀਤੀ ਗਈ ਹੈ, ਜਿਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੇ ਸਾਰੇ ਚੁਣੇ ਹੋਏ ਮੈਂਬਰ ਹਿੱਸਾ ਲੈਂਦੇ ਹਨ। 70ਵੀਂ ਸੋਧ 1992 ਰਾਹੀਂ ਦਿੱਲੀ ਅਤੇ ਪਾਂਡੇਚੇਰੀ ਯੂਟੀ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਸ਼ਾਮਲ ਕੀਤਾ ਗਿਆ ਸੀ, ਕਿਉਂਕਿ ਇਹਨਾਂ ਵਿੱਚ ਵਿਧਾਨ ਸਭਾਵਾਂ ਬਣਾਈਆਂ ਗਈਆਂ। ਆਰਟੀਕਲ 55 ਰਾਸ਼ਟਰਪਤੀ ਦੀਆਂ ਚੋਣ ਦਾ ਤਰੀਕਾ। ਆਰਟੀਕਲ 56 ਕਾਰਜਕਾਲ 5 ਸਾਲ, ਰਾਸ਼ਟਰਪਤੀ ਦੇ ਕਾਰਜਕਾਲ ਦੀ ਗੱਲ ਆਰਟੀਕਲ 56 ਵਿੱਚ ਹੈ। ਅਮਰੀਕਾ ਦੇ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲ ਹੈ। ਰਾਸ਼ਟਰਪਤੀ ਦਾ ਪਦ ਜੇਕਰ ਅਹੁਦਾ 6 ਮਹੀਨੇ ਦੇ ਵਿੱਚ ਭਰਨਾ ਜ਼ਰੂਰੀ ਹੈ। ਆਰਟੀਕਲ 57 ਰਾਸ਼ਟਰਪਤੀ ਜਿੰਨੀ ਵਾਰ ਚਾਹੇ ਚੋਣ ਲੜ ਸਕਦਾ ਹੈ। ਭਾਰਤ ਦੇ ਵਿੱਚ ਰਾਸ਼ਟਰਪਤੀ ਜਿੰਨੀ ਵਾਰ ਚਾਹੇ ਚੋਣ ਲੜ ਸਕਦਾ ਹੈ। ਅਮਰੀਕਾ ਦਾ ਰਾਸ਼ਟਰਪਤੀ ਸਿਰਫ 2 ਵਾਰ ਚੋਣ ਲੜ ਸਕਦਾ ਹੈ। ਦੇਖੋ, ਵੱਡੇ ਅਹੁਦਿਆਂ 'ਤੇ ਕੋਈ ਉਮਰ ਸੀਮਾ ਨਹੀਂ।
ਆਪਣੇ ਵਰਗੇ ਲੋਕ ਜਦੋਂ ਜੋਬ ਲੈਣ ਲਈ ਫਾਰਮ ਭਰਦੇ ਆ ਉਸ ਦੇ ਵਿੱਚ ਆਪਾਂ ਨੂੰ ਪਹਿਲਾਂ ਉਮਰ ਦੱਸੀ ਜਾਂਦੀ ਹੈ ਵੀ ਇੰਨੇ ਸਾਲ ਤੱਕ ਤੁਸੀਂ ਫਾਰਮ ਅਪਲਾਈ ਕਰ ਸਕਦੇ ਹੋ ਇਸ ਪੋਸਟ ਦੇ ਲਈ ਯੋਗ ਹੋ ਜਾਂ ਨਹੀਂ, ਪਰੰਤੂ ਮੰਤਰੀਆਂ ਉੱਤੇ ਕੋਈ ਵੀ ਲਾਗੂ ਨਹੀਂ ਕੀਤਾ ਗਿਆ। ਆਰਟੀਕਲ 58 ਰਾਸ਼ਟਰਪਤੀ ਦੀ ਯੋਗਤਾ ਦੱਸੀ ਗਈ ਹੈ। ਹੁਣ ਯੋਗਤਾ ਦੇ ਵਿੱਚੋਂ ਸਭ ਨੂੰ ਪਤਾ ਹੈ ਉਹ ਭਾਰਤ ਦਾ ਨਾਗਰਿਕ ਹੋਵੇ, ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ, ਇਸ ਤਰ੍ਹਾਂ ਦੇ ਕੋਈ ਨਹੀਂ। ਇਸ ਵਿੱਚੋਂ ਸਿਰਫ ਇੱਕ ਗੱਲ ਯਾਦ ਕਰਨ ਵਾਲੀ ਹੈ ਕਿ ਉਸ ਦੀ ਉਮਰ ਘੱਟੋ ਘੱਟ 35 ਸਾਲ ਹੋਵੇ। ਆਰਟੀਕਲ 60 ਦੇ ਵਿੱਚ ਸਹੁੰ ਦਾ ਜ਼ਿਕਰ ਕੀਤਾ ਗਿਆ ਹੈ। ਰਾਸ਼ਟਰਪਤੀ ਨੂੰ ਸਹੁੰ ਭਾਰਤ ਦਾ ਚੀਫ ਜਸਟਿਸ ਆਫ ਇੰਡੀਆ ਜਾਂ ਸੁਪਰੀਮ ਕੋਰਟ ਦਾ ਮੁੱਖ ਜੱਜ ਚੁਕਾਉਂਦਾ ਹੈ। ਆਰਟੀਕਲ 61 ਦੇ ਵਿੱਚ ਮਹਾਦੋਸ਼ ਦਾ ਮੁਕੱਦਮਾ ਹੈ। ਰਾਸ਼ਟਰਪਤੀ ਖਿਲਾਫ ਮਹਾਦੋਸ਼ ਲੱਗ ਸਕਦਾ ਹੈ। ਸੰਸਦ ਦੇ ਇਹ ਕਿਸੇ ਵੀ ਸਦਨ ਦੇ ਵਿੱਚ ਮਹਾਦੋਸ਼ ਮੁਕੱਦਮਾ ਚਲਾਇਆ ਜਾ ਸਕਦਾ ਹੈ। 14 ਦਿਨ ਪਹਿਲਾਂ ਰਾਸ਼ਟਰਪਤੀ ਨੂੰ ਨੋਟਿਸ ਦੇਣਾ ਜ਼ਰੂਰੀ ਹੈ ਅਤੇ ਸੰਸਦ ਦੇ ਘੱਟੋ ਘੱਟ 1/4 ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ ਬਿੱਲ ਲੈ ਕੇ ਆਉਣ ਲਈ। ਲੋਕ ਸਭਾ ਵਿੱਚ ਮੁਕੱਦਮਾ 2/3 ਨਾਲ ਜੇਕਰ ਪਾਸ ਹੁੰਦਾ ਹੈ ਤਾਂ ਰਾਸ਼ਟਰਪਤੀ ਤਾਂ ਉਹ ਰਾਜ ਸਭਾ ਵਿੱਚ ਜਾਂਦਾ ਹੈ। ਉੱਥੇ ਪਾਸ ਹੋਣ 'ਤੇ ਤਾਂ ਜੇਕਰ ਇਹ ਪਾਸ ਹੋ ਜਾਂਦਾ ਤਾਂ ਰਾਸ਼ਟਰਪਤੀ ਨੂੰ ਅਸਤੀਫਾ ਦੇਣਾ ਪੈਂਦਾ ਹੈ ਅਤੇ ਇਸ ਪ੍ਰਕਿਰਿਆ ਨੂੰ ਅਰਧ ਨਿਆਂ ਪ੍ਰਣਾਲੀ ਕਿਹਾ ਜਾਂਦਾ ਹੈ। ਹੁਣ ਤੱਕ ਕਿਸੇ ਵੀ ਰਾਸ਼ਟਰਪਤੀ ਉੱਤੇ ਮਹਾਦੋਸ਼ ਦਾ ਮੁਕੱਦਮਾ ਨਹੀਂ ਲੱਗਾ। ਆਰਟੀਕਲ 72 ਦੇ ਵਿੱਚ ਰਾਸ਼ਟਰਪਤੀ ਕਿਸੇ ਦੀ ਵੀ ਸਜ਼ਾ ਮਾफ़ ਕਰ ਸਕਦਾ। ਇਹ ਇਕੱਲੇ ਰਾਸ਼ਟਰਪਤੀ ਕੋਲ ਅਧਿਕਾਰ ਹੈ ਕਿਸੇ ਵੀ ਅਪਰਾਧੀ ਦੀ ਸਜ਼ਾ ਨੂੰ ਮਾफ़ ਕਰਨਾ। ਆਰਟੀਕਲ 123 ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ ਜਦੋਂ ਸੰਸਦ ਦਾ ਕੋਈ ਵੀ ਸੈਸ਼ਨ ਨਾ ਚੱਲ ਰਿਹਾ ਹੋਵੇ ਤਾਂ ਆਰਡੀਨੈਂਸ ਜਾਂ ਅਧਿਆਦੇਸ਼ ਰਾਸ਼ਟਰਪਤੀ ਜਾਰੀ ਕਰ ਸਕਦਾ ਹੈ ਆਰਟੀਕਲ 123 ਦੇ ਤਹਿਤ। ਆਰਟੀਕਲ 63 ਇਹ ਉਪ ਰਾਸ਼ਟਰਪਤੀ ਨਾਲ ਸੰਬੰਧਿਤ ਹੈ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ। ਇਹ ਅਹੁਦਾ ਆਪਾਂ USA ਤੋਂ ਲਿਆ ਹੈ। ਆਰਟੀਕਲ 65 ਮੀਨਜ਼ 65 ਕਾਰਜਕਾਰੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਜਦੋਂ ਐਕਟਿੰਗ ਪ੍ਰੈਜ਼ੀਡੈਂਟ ਬਣਦਾ ਹੈ ਉਸ ਦੇ ਲਈ ਆਰਟੀਕਲ 65। ਆਰਟੀਕਲ 66 ਉਪ ਰਾਸ਼ਟਰਪਤੀ ਦੀਆਂ ਚੋਣਾਂ ਸਾਰੇ ਸੰਸਦ ਮੈਂਬਰ ਚੁਣੇ ਹੋਏ ਅਤੇ ਨਿਯੁਕਤ ਕੀਤੇ ਹੋਏ ਦੋਵੇਂ ਉਪ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਭਾਗ ਲੈ ਸਕਦੇ ਹਨ। ਇਸ ਵਿੱਚ ਰਾਜ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਭਾਗ ਨਹੀਂ ਲੈ ਸਕਦੇ। ਆਰਟੀਕਲ 74 ਇਹ ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਨਾਲ ਸੰਬੰਧਿਤ ਹੈ। ਆਰਟੀਕਲ 74 ਰਾਸ਼ਟਰਪਤੀ ਦੀ ਸਲਾਹ ਲਈ ਮੰਤਰੀ ਪ੍ਰੀਸ਼ਦ ਹੋਵੇਗੀ ਜਿਸ ਦਾ ਹੈੱਡ ਪ੍ਰਧਾਨ ਮੰਤਰੀ ਹੋਵੇਗਾ। ਆਰਟੀਕਲ 75 ਪ੍ਰਧਾਨ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਦੀ ਨਿਯੁਕਤੀ ਰਾਸ਼ਟਰਪਤੀ ਕਰੇਗਾ। ਆਰਟੀਕਲ 75(2) ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਮੰਤਰੀਆਂ ਨੂੰ ਹਟਾ ਸਕਦਾ ਹੈ। 75(3) ਪ੍ਰਧਾਨ ਮੰਤਰੀ ਪ੍ਰੀਸ਼ਦ ਦੀ ਗਿਣਤੀ 15% ਲੋਕ ਸਭਾ ਦੀਆਂ ਸੀਟਾਂ ਦਾ। ਇਹ 91ਵੀਂ ਸੋਧ 2003 ਅਨੁਸਾਰ ਕੀਤਾ ਗਿਆ ਹੈ। ਆਰਟੀਕਲ 77 ਸੰਘ ਦੀ ਕਾਰਜਪਾਲਿਕਾ ਦੇ ਸਾਰੇ ਕੰਮ ਰਾਸ਼ਟਰਪਤੀ ਦੇ ਨਾਂ 'ਤੇ ਹੋਣਗੇ। ਆਰਟੀਕਲ 76 ਦੇ ਵਿੱਚ ਅਟਾਰਨੀ ਜਨਰਲ ਆਫ ਇੰਡੀਆ ਦਾ ਅਹੁਦਾ ਹੈ। ਐਟ ਏ ਟਾਈਮ ਆਪਣਾ ਅਟਾਰਨੀ ਜਨਰਲ ਆਫ ਇੰਡੀਆ ਆਰ ਵੈਂਕਟ ਰਮਨੀ ਹੈ। ਆਰਟੀਕਲ 79 ਦੇ ਵਿੱਚ ਸੰਸਦ ਦਾ ਜ਼ਿਕਰ ਹੈ। 80 ਦੇ ਵਿੱਚ ਰਾਜ ਸਭਾ ਅਤੇ 81 ਦੇ ਵਿੱਚ ਲੋਕ ਸਭਾ। ਪਿਛਲੀ ਵੀਡੀਓ ਦੇ ਵਿੱਚ ਆਰਟੀਕਲ ਥੋੜ੍ਹੇ ਉੱਤੇ ਹੇਠਾਂ ਹੋ ਗਏ ਸੀਗੇ। ਲੋਕ ਸਭਾ ਨੂੰ 80 ਦੱਸਿਆ ਗਿਆ ਸੀ ਅਤੇ ਰਾਜ ਸਭਾ ਨੂੰ 81। ਉਹ ਬਸ ਕਾਹਲੀ ਦੇ ਨਾਲ ਹੋ ਜਾਂਦਾ ਹੈ ਤਾਂ ਪਲੀਜ਼ ਤੁਸੀਂ ਇਸ ਚੀਜ਼ ਨੂੰ ਲੈ ਕੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਅਸੀਂ ਕਰੈਕਸ਼ਨ ਕਰਵਾ ਸਕੀਏ। ਆਰਟੀਕਲ 80 ਦੇ ਵਿੱਚ ਰਾਜ ਸਭਾ, 81 ਦੇ ਵਿੱਚ ਲੋਕ ਸਭਾ। ਆਰਟੀਕਲ 82 ਲੋਕ ਸਭਾ ਵਿੱਚ ਸੀਟਾਂ ਦੀ ਵੰਡ ਅਤੇ ਰਾਜ ਦੇ ਹਲਕਿਆਂ ਵਿੱਚ ਸੀਟਾਂ ਦੀ ਵੰਡ ਨੂੰ ਹਰ ਜਨਗਣਨਾ ਤੋਂ ਬਾਅਦ ਦੁਬਾਰਾ ਨਿਰਧਾਰਤ ਕੀਤਾ ਜਾਂਦਾ ਹੈ। ਆਰਟੀਕਲ 83 ਰਾਜ ਸਭਾ ਸਥਾਈ ਸਦਨ ਹੈ ਪਰ ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋਣਗੇ। ਆਰਟੀਕਲ 84 ਦੇ ਵਿੱਚ ਸੰਸਦ ਦੇ ਮੈਂਬਰ ਬਣਨ ਦੀ ਯੋਗਤਾ ਦੱਸੀ ਗਈ ਹੈ। ਆਰਟੀਕਲ 85 ਦੇ ਵਿੱਚ ਰਾਸ਼ਟਰਪਤੀ ਨੂੰ ਸ਼ਕਤੀ ਪ੍ਰਾਪਤ ਹੈ ਕਿ ਉਹ ਸੰਸਦ ਦੀ ਮੀਟਿੰਗ ਸਮੇਂ-ਸਮੇਂ 'ਤੇ ਬੁਲਾ ਸਕਦਾ ਹੈ, ਲੋਕ ਸਭਾ ਨੂੰ ਭੰਗ ਵੀ ਕਰ ਸਕਦਾ ਹੈ। ਆਰਟੀਕਲ 99 ਉਪ ਰਾਸ਼ਟਰਪਤੀ ਰਾਜ ਸਭਾ ਦਾ ਸਭਾਪਤੀ ਹੋਵੇਗਾ। 107 ਦੇ ਵਿੱਚ ਆਮ ਬਿੱਲ ਦਾ ਜ਼ਿਕਰ ਹੈ। 108 ਦੇ ਵਿੱਚ ਸੰਯੁਕਤ ਬੈਠਕ। 108 ਆਪਣੇ ਪੰਜਾਬ ਦੇ ਵਿੱਚ ਪਹਿਲਾ ਐਂਬੂਲੈਂਸ ਦਾ ਨੰਬਰ ਸੀ। ਜਿਵੇਂ
ਐਂਬੂਲੈਂਸ ਕਿਸੇ ਗਲੀ ਵਿੱਚ ਆਉਂਦੀ ਹੈ ਤਾਂ ਸਾਰਾ ਮੁਹੱਲਾ ਇਕੱਠਾ ਹੋ ਜਾਂਦਾ ਹੈ, ਚਾਹੇ ਕੋਈ ਦੁਸ਼ਮਣ ਹੈ ਚਾਹੇ ਕੋਈ ਪਿਆਰ ਕਰਨ ਵਾਲਾ ਹੈ। ਇਸੇ ਤਰ੍ਹਾਂ 108 ਦੇ ਵਿੱਚ ਸਾਂਝੀ ਬੈਠਕ ਦੀ ਗੱਲ ਕੀਤੀ ਗਈ ਹੈ, ਮਤਲਬ ਸਾਰਿਆਂ ਨੂੰ ਇਕੱਠਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਹਨੂੰ ਯਾਦ ਕਰ ਲਿਓ। 109 ਦੇ ਵਿੱਚ ਮਨੀ ਵਿਲ, 110 ਦੇ ਵਿੱਚ ਮਨੀ ਵਿਲ ਦੀ ਪਰਿਭਾਸ਼ਾ ਦਿੱਤੀ ਗਈ ਹੈ। ਆਰਟੀਕਲ 111 ਰਾਸ਼ਟਰਪਤੀ ਕਿਸੇ ਬਿੱਲ ਨੂੰ ਮਨਜ਼ੂਰ, ਰੋਕ ਅਤੇ ਇੱਕ ਵਾਰ ਵਾਪਸ ਭੇਜ ਸਕਦਾ ਹੈ। ਇਸ ਦੇ ਵਿੱਚ ਰਾਸ਼ਟਰਪਤੀ ਦੀਆਂ ਵੀਟੋ ਸ਼ਕਤੀਆਂ ਹਨ, ਜਿਵੇਂ ਐਬਸੋਲਿਊਟ ਵੀਟੋ, ਉਸ ਦੇ ਵਿੱਚ ਰਾਸ਼ਟਰਪਤੀ ਬਿੱਲ ਦੇ ਉੱਤੇ ਸਿੱਧੀ ਨਾ ਕਰ ਦਿੰਦਾ ਹੈ। ਰਾਜਿੰਦਰ ਪ੍ਰਸਾਦ ਨੇ ਕੀਤੀ ਹੋਈ ਹੈ ਪੈਪਸੂ ਦੇ ਬਿੱਲ ਨੂੰ ਲੈ ਕੇ। ਇਸ ਤਰ੍ਹਾਂ ਦੂਜੀ ਹੈ ਸਸਪੈਂਸਿਵ ਵੀਟੋ। ਸਸਪੈਂਸਿਵ ਵੀਟੋ ਦੇ ਵਿੱਚ ਰਾਸ਼ਟਰਪਤੀ ਮੁੜ ਵਿਚਾਰ ਕਰਨ ਲਈ ਬਿੱਲ ਨੂੰ ਸੰਸਦ ਵਿੱਚ ਭੇਜ ਦਿੰਦਾ ਹੈ। ਤੀਜੀ ਹੈ ਪੌਕਟ ਵੀਟੋ, ਜਿਸ ਦੇ ਉੱਤੇ ਬਿੱਲ ਦੇ ਉੱਤੇ ਨਾ ਹਾਂ ਨਾ ਕਿਹਾ ਜਾਂਦਾ ਹੈ, ਰਾਸ਼ਟਰਪਤੀ ਆਪਣੇ ਕੋਲ ਰੱਖ ਲੈਂਦਾ ਹੈ। ਇਸ ਦੀ ਵਰਤੋਂ ਭਾਰਤ ਦੇ ਇੱਕੋ ਇੱਕ ਰਾਸ਼ਟਰਪਤੀ ਨੇ ਕੀਤੀ ਹੈ, ਉਹ ਸਿੱਖ ਰਾਸ਼ਟਰਪਤੀ ਹੈ ਗਿਆਨੀ ਜੈਲ ਸਿੰਘ। ਡਾਕਟਰ ਵਿਭਾਗ ਨੂੰ ਲੈ ਕੇ 1986 ਦੇ ਵਿੱਚ ਬਿੱਲ ਦੇ ਉੱਤੇ ਕੀਤੀ ਸੀਗੀ ਪੌਕਟ ਵੀਟੋ ਦੀ ਵਰਤੋਂ। 112 ਦੇ ਵਿੱਚ ਸਾਲ ਦਾ ਵਿੱਤੀ ਵਿਵਰਣ ਹੈ। 120 ਵਿੱਚ ਸੰਸਦ ਵਿੱਚ ਵਰਤੀ ਜਾਣ ਵਾਲੀ ਭਾਸ਼ਾ, ਜੇਕਰ ਸੰਸਦ ਮੈਂਬਰ ਸਦਨ ਦੇ ਹੈੱਡ ਤੋਂ ਆਪਣੀ ਭਾਸ਼ਾ ਵਿੱਚ ਭਾਸ਼ਣ ਦੇਣ ਲਈ ਇਜਾਜ਼ਤ ਮੰਗ ਸਕੇ। ਸੰਸਦ ਦੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਹੈ, ਪਰੰਤੂ ਇੱਕ ਸੰਸਦ ਆਪਣੀ ਭਾਸ਼ਾ ਦੇ ਵਿੱਚ ਵੀ ਭਾਸ਼ਣ ਦੇ ਸਕਦਾ ਹੈ, ਪਰ ਉਸ ਦੇ ਲਈ ਹੈੱਡ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਸੁਪਰੀਮ ਕੋਰਟ, ਭਾਰਤ ਵਿੱਚ ਪਹਿਲੀ ਸੁਪਰੀਮ ਕੋਰਟ ਰੈਗੂਲੇਟਿੰਗ ਐਕਟ 1773 ਦੇ ਤਹਿਤ ਬਣੀ ਸੀ, ਜੋ 1774 ਨੂੰ ਕਲਕੱਤਾ ਵਿਖੇ ਬਣੀ, ਜਿਸ ਦਾ ਪਹਿਲਾ ਮੁੱਖ ਜੱਜ ਐਲੀਜ਼ਾ ਇੰਪੇ ਸੀ। 1935 ਗਵਰਨਮੈਂਟ ਆਫ ਇੰਡੀਆ ਐਕਟ 1935 ਆਇਆ ਸੀ, ਜਿਸ ਦੇ ਤਹਿਤ ਭਾਰਤ ਦੇ ਵਿੱਚ 1 ਅਕਤੂਬਰ 1937 ਨੂੰ ਫੈਡਰਲ ਕੋਰਟ ਬਣੀ ਸੀ, ਜਿਸ ਦੇ ਖਿਲਾਫ ਫੈਸਲੇ ਲੰਡਨ ਵਿਖੇ ਹੁੰਦੇ ਸੀ, ਜਿਸ ਦਾ ਪਹਿਲਾ ਮੁੱਖ ਜੱਜ ਸਰ ਮੌਰਿਸ ਗਵੇਅਰ ਸੀ ਅਤੇ ਆਖਰੀ ਜੱਜ ਹੀਰਾ ਲਾਲ ਜੇ ਕਾਨੀਆ ਸੀ। ਆਜ਼ਾਦੀ ਬਾਅਦ ਭਾਰਤ ਦੇ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਹੋਈ 28 ਜਨਵਰੀ 1950 ਨੂੰ, ਤਾਂ ਇਸ ਦਾ ਮੁੱਖ ਜੱਜ ਹੀਰਾ ਲਾਲ ਜੇ ਕਾਨੀਆ ਸੀ, ਜੋ ਪਹਿਲਾਂ ਫੈਡਰਲ ਕੋਰਟ ਦਾ ਆਖਰੀ ਜੱਜ ਸੀ। ਇਸ ਦੇ ਪਹਿਲਾਂ ਮੂਲ 8 ਜੱਜ ਸਨ ਅਤੇ ਹੁਣ 33 + 1 34 ਜੱਜ ਹਨ। ਇੱਕ ਮੁੱਖ ਜੱਜ ਹੈ ਅਤੇ 33 ਹੋਰ ਜੱਜ ਹਨ। ਜੱਜਾਂ ਦੀ ਗਿਣਤੀ ਸੰਸਦ ਤੈਅ ਕਰਦੀ ਹੈ ਅਤੇ ਜੱਜਾਂ ਦੀ ਨਿਯੁਕਤੀ ਕਲੋਜ਼ੀਅਮ ਸਿਸਟਮ ਰਾਹੀਂ ਹੁੰਦੀ ਹੈ। ਆਰਟੀਕਲ 124 ਸੁਪਰੀਮ ਕੋਰਟ ਦੀ ਸਥਾਪਨਾ। ਆਰਟੀਕਲ 125 ਸੁਪਰੀਮ ਕੋਰਟ ਦੇ ਜੱਜਾਂ ਦੀ ਤਨਖਾਹ। ਆਰਟੀਕਲ 126 ਐਕਟਿੰਗ ਚੀਫ ਜਸਟਿਸ ਆਫ ਇੰਡੀਆ। ਆਰਟੀਕਲ 127 ਜੇਕਰ ਸੁਪਰੀਮ ਕੋਰਟ ਦਾ ਇਜਲਾਸ ਸ਼ੁਰੂ ਕਰਨ ਲਈ ਜੱਜਾਂ ਦੀ ਗਿਣਤੀ ਘੱਟ ਹੋਵੇ ਤਾਂ ਮੁੱਖ ਜੱਜ ਰਾਸ਼ਟਰਪਤੀ ਦੀ ਸਹਿਮਤੀ ਨਾਲ ਕਿਸੇ ਵੀ ਵਿਅਕਤੀ ਵਿਸ਼ੇਸ਼ ਜੋ ਸੁਪਰੀਮ ਕੋਰਟ ਦਾ ਜੱਜ ਬਣਨ ਦੀਆਂ ਯੋਗਤਾ ਰੱਖਦਾ ਹੋਵੇ ਉਸ ਨੂੰ ਐਡਹੋਕ ਜੱਜ ਚੁਣ ਸਕਦਾ ਹੈ। ਐਡਹੋਕ ਜੱਜਾਂ ਦਾ ਜ਼ਿਕਰ ਆਰਟੀਕਲ 127। ਆਰਟੀਕਲ 128 ਸੁਪਰੀਮ ਕੋਰਟ ਦਾ ਮੁੱਖ ਜੱਜ ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਨੂੰ ਵੀ ਕੰਮ ਚਲਾਉਣ ਲਈ ਨਿਯੁਕਤੀ ਕਰ ਸਕਦਾ ਹੈ। ਆਰਟੀਕਲ 130 ਦੇ ਵਿੱਚ ਸੁਪਰੀਮ ਕੋਰਟ ਦਾ ਸਥਾਨ, ਮਤਲਬ ਸੁਪਰੀਮ ਕੋਰਟ ਨੂੰ ਕਿਤੇ ਵੀ ਸਥਾਨਾਂਤਰਨ ਕੀਤਾ ਜਾ ਸਕਦਾ ਹੈ, ਜਿਵੇਂ ਹੁਣ ਦਿੱਲੀ ਦੇ ਵਿੱਚ ਹੈ, ਹੋਰ ਸਟੇਟਾਂ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਹੈ। ਉਸ ਦੇ ਲਈ ਆਰਟੀਕਲ 130 ਹੈ। ਆਰਟੀਕਲ 131 ਓਰੀਜਨਲ ਜਿਊਰੀਡਿਕਸ਼ਨ। ਇਸ ਵਿੱਚ ਕੇਂਦਰ ਅਤੇ ਰਾਜਾਂ ਦੇ ਝਗੜੇ, ਇੱਕ ਰਾਜ ਦਾ ਦੂਜੇ ਰਾਜ ਨਾਲ ਝਗੜਾ, ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਮਸਲੇ ਸਿੱਧੇ ਸੁਪਰੀਮ ਕੋਰਟ ਵਿੱਚ ਲਿਜਾਏ ਜਾ ਸਕਦੇ ਨੇ। ਆਰਟੀਕਲ 132 ਤੋਂ 36 ਤੱਕ ਅਪੀਲੀ ਅਧਿਕਾਰ ਖੇਤਰ ਹੈ। 137 ਦੇ ਵਿੱਚ ਨਿਆਇਕ ਪੁਨਰ ਨਿਰੀਖਣ ਦਾ ਅਧਿਕਾਰ ਹੈ, ਇਹ ਵੀ ਆਪਾਂ USA ਤੋਂ ਲਿਆ ਹੈ। ਆਰਟੀਕਲ 141 ਸੁਪਰੀਮ ਕੋਰਟ ਦੇ ਫੈਸਲੇ ਸਾਰੀਆਂ ਅਦਾਲਤਾਂ ਮੰਨਣਗੀਆਂ। ਆਰਟੀਕਲ 143 ਰਾਸ਼ਟਰਪਤੀ ਸੁਪਰੀਮ ਕੋਰਟ ਦੇ ਜੱਜਾਂ ਦੀ ਸਲਾਹ ਲੈ ਸਕਦਾ ਹੈ। ਆਰਟੀਕਲ 148 ਤੋਂ ਲੈ ਕੇ 151 ਤੱਕ ਕੈਗ ਹੈ, ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ। ਐਟ ਏ ਟਾਈਮ ਭਾਰਤ ਦਾ ਕੈਗ ਗਰੀਸ਼ ਚੰਦਰ ਮੁਰਮੂ ਹੈ। ਭਾਗ 6ਵਾਂ ਰਾਜ ਨਾਲ ਸੰਬੰਧਿਤ ਹੈ। ਇਸ ਦੇ ਵਿੱਚ ਆਰਟੀਕਲ 153 ਰਾਜਪਾਲ ਦਾ ਅਹੁਦਾ ਹੈ, ਜੋ ਸਟੇਟ ਦਾ ਮੁਖੀ ਹੁੰਦਾ ਹੈ।
ਇਹ ਕੁਐਸਚਨ ਪੁੱਛਿਆ ਗਿਆ ਹੈ ਸਟੇਟ ਦਾ ਮੁਖੀ ਕੌਣ ਹੁੰਦਾ ਹੈ, ਤਾਂ ਸਟੇਟ ਦਾ ਮੁਖੀ ਰਾਜਪਾਲ ਹੋਊਗਾ, ਸਟੇਟ ਸਰਕਾਰ ਦਾ ਮੁਖੀ ਮੁੱਖ ਮੰਤਰੀ ਹੋਊਗਾ। ਇਸੇ ਤਰ੍ਹਾਂ ਜਿਵੇਂ ਸੈਂਟਰ ਦੇ ਵਿੱਚ ਦੇਸ਼ ਦਾ ਮੁਖੀ ਰਾਸ਼ਟਰਪਤੀ ਅਤੇ ਸਰਕਾਰ ਦਾ ਮੁਖੀ ਪ੍ਰਧਾਨ ਮੰਤਰੀ ਹੁੰਦਾ ਹੈ। ਆਰਟੀਕਲ 154 ਦੇ ਵਿੱਚ ਰਾਜ ਦੀ ਕਾਰਜਪਾਲਿਕਾ ਦਾ ਮੁਖੀ ਰਾਜਪਾਲ ਹੁੰਦਾ ਹੈ। ਆਰਟੀਕਲ 155 ਤਹਿਤ ਰਾਜਪਾਲ ਦੀ ਨਿਯੁਕਤੀ ਕੀਤੀ ਜਾਂਦੀ ਹੈ। ਆਰਟੀਕਲ 161 ਤਹਿਤ ਐਡਵੋਕੇਟ ਜਨਰਲ ਦੀ ਨਿਯੁਕਤੀ ਹੈ। ਆਰਟੀਕਲ 168 ਰਾਜ ਦੀ ਵਿਧਾਨ ਪਾਲਿਕਾ। ਆਰਟੀਕਲ 169 ਰਾਜ ਦੀ ਵਿਧਾਨ ਸਭਾ ਕੋਲ ਸ਼ਕਤੀ ਹੈ ਕਿ ਉਹ ਵਿਧਾਨ ਪਰਿਸ਼ਦ ਬਣਾ ਅਤੇ ਭੰਗ ਕਰ ਸਕਦੀ ਹੈ। ਆਰਟੀਕਲ 170 ਦੇ ਵਿੱਚ ਵਿਧਾਨ ਸਭਾ ਦਾ ਜ਼ਿਕਰ ਹੈ। ਆਰਟੀਕਲ 171 ਦੇ ਵਿੱਚ ਵਿਧਾਨ ਪਰਿਸ਼ਦ। ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ 1969 ਦੇ ਵਿੱਚ ਐਕਟ ਆਇਆ ਸੀ, ਉਸ ਦੇ ਤਹਿਤ ਖਤਮ ਕਰ ਦਿੱਤੀ ਗਈ ਸੀ। 1970 ਤੋਂ ਪੰਜਾਬ ਦੇ ਵਿੱਚ ਵਿਧਾਨ ਪਰਿਸ਼ਦ ਖਤਮ ਕੀਤੀ ਗਈ ਹੈ। 176 ਦੇ ਤਹਿਤ ਰਾਜਪਾਲ ਦਾ ਵਿਸ਼ੇਸ਼ ਸੰਬੋਧਨ ਕਰਨਾ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਨੂੰ। 178 ਦੇ ਤਹਿਤ ਵਿਧਾਨ ਸਭਾ ਦਾ ਪ੍ਰਧਾਨ ਅਤੇ ਉਪ ਪ੍ਰਧਾਨ। 182 ਤਹਿਤ ਵਿਧਾਨ ਪਰਿਸ਼ਦ ਵਿੱਚ ਸਭਾਪਤੀ ਅਤੇ ਉਪ ਸਭਾਪਤੀ ਦੀ ਨਿਯੁਕਤੀ। 191 ਤਹਿਤ ਮੈਂਬਰਾਂ ਦੀਆਂ ਅਯੋਗਤਾਵਾਂ, ਇਹ ਸਟੇਟ ਨਾਲ ਸੰਬੰਧਿਤ ਹਨ। ਆਰਟੀਕਲ 200 ਵਿਧਾਨ ਪਾਲਿਕਾ ਅਤੇ ਵਿਧਾਨ ਪਰਿਸ਼ਦ ਵਿੱਚ ਪਾਸ ਹੋਏ ਬਿੱਲਾਂ ਸੰਬੰਧੀ ਗਵਰਨਰ ਦੀਆਂ ਸ਼ਕਤੀਆਂ। ਆਰਟੀਕਲ 201 ਗਵਰਨਰ ਕੋਈ ਇਹੋ ਜਿਹਾ ਬਿੱਲ ਜੋ ਉਸਨੇ ਪਾਸ ਨਾ ਕਰਨਾ ਹੋਵੇ ਜਾਂ ਸੰਵਿਧਾਨ ਦੇ ਨਾਲ ਸੰਬੰਧਿਤ ਕੋਈ ਬਿੱਲ ਹੋਵੇ ਤਾਂ ਰਾਸ਼ਟਰਪਤੀ ਕੋਲ ਰਿਜ਼ਰਵ ਕਰ ਸਕਦਾ ਹੈ। ਆਰਟੀਕਲ 202 ਰਾਜ ਵਿੱਚ ਸਾਲ ਦਾ ਵਿੱਤੀ ਵਿਵਰਣ। ਆਰਟੀਕਲ 214 ਦੇ ਵਿੱਚ ਹਾਈ ਕੋਰਟ ਦੀ ਵਿਵਸਥਾ। ਆਰਟੀਕਲ 226 ਤਹਿਤ ਰਿਟ ਜਾਰੀ ਕਰਨ ਦੀ ਸ਼ਕਤੀ। ਹਾਈ ਕੋਰਟ ਦੇ ਵਿੱਚ ਰਿਟ ਸੁਪਰੀਮ ਕੋਰਟ ਦੇ ਵਿੱਚ ਰਿਟ ਜਾਰੀ ਕਰਨ ਲਈ ਆਰਟੀਕਲ 32 ਹੈ ਅਤੇ ਹਾਈ ਕੋਰਟ ਦੇ ਵਿੱਚ ਰਿਟ ਜਾਰੀ ਕਰਨ ਲਈ ਆਰਟੀਕਲ 226 ਹੈ। ਆਰਟੀਕਲ 239 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ। ਆਰਟੀਕਲ 239 ਏ ਦਿੱਲੀ ਦੇ ਸੰਬੰਧ ਵਿੱਚ ਹੈ। ਪੰਚਾਇਤੀ ਰਾਜ 73ਵੀਂ ਸੋਧ 1992। ਇਹ ਕੁਐਸਚਨ ਬਾਰ-ਬਾਰ ਪੇਪਰ ਦੇ ਵਿੱਚ ਰਿਪੀਟ ਹੋ ਰਿਹਾ ਹੈ। ਇਹ 9ਵੇਂ ਭਾਗ ਦੇ ਵਿੱਚ ਹੈ ਸੰਵਿਧਾਨ ਦਾ ਅਤੇ 11ਵੀਂ ਅਨੁਸੂਚੀ ਵਿੱਚ ਹੈ। ਇਸ ਵਿੱਚ 243 ਤੋਂ ਲੈ ਕੇ 243 ਓ ਤੱਕ ਆਰਟੀਕਲ ਹਨ। ਆਰਟੀਕਲ 243 ਦੇ ਵਿੱਚ ਪੰਚਾਇਤੀ ਰਾਜ ਦੀ ਪਰਿਭਾਸ਼ਾ। ਆਰਟੀਕਲ 243 ਏ ਗ੍ਰਾਮ ਸਭਾ ਦਾ ਗਠਨ। ਆਰਟੀਕਲ 243 ਬੀ ਪੰਚਾਇਤਾਂ ਦਾ ਸੰਵਿਧਾਨ। ਆਰਟੀਕਲ 243 ਸੀ ਪੰਚਾਇਤਾਂ ਦੀ ਰਚਨਾ। 243 ਡੀ ਰਾਖਵਾਂ ਕੋਟਾ। 243 ਜੀ ਪੰਚਾਇਤੀ ਰਾਜ ਦੀ ਸ਼ਕਤੀਆਂ। 243 ਈ ਪੰਚਾਇਤ ਦਾ ਕਾਰਜਕਾਲ। 243 ਐਫ ਪੰਚਾਇਤ ਮੈਂਬਰਾਂ ਦੀ ਅਯੋਗਤਾ। 243 ਐਚ ਟੈਕਸ ਲਾਉਣ ਦੀ ਸ਼ਕਤੀ। 243 ਕੇ ਪੰਚਾਇਤਾਂ ਦੇ ਇਲੈਕਸ਼ਨ ਦਾ ਵਰਣਨ ਹੈ। ਸ਼ਹਿਰੀ ਸ਼ਾਸਨ ਵਿਵਸਥਾ 74ਵੀਂ ਸੋਧ 1992 ਨਾਲ ਸੰਬੰਧਿਤ ਹੈ। ਇਹ ਸੋਧਾਂ ਆਪਾਂ ਉੱਪਰ ਵੀ ਕਰ ਚੁੱਕੇ ਹਾਂ ਅਤੇ ਸੋਧਾਂ ਦੇ ਵਿੱਚ ਵੀ ਕੀਤੇ ਜਾਣਗੀਆਂ। ਇਹ ਸੰਵਿਧਾਨ ਦੇ ਭਾਗ 9A ਵਿੱਚ ਦਰਜ ਹੈ, ਜਿਸ ਦੇ ਆਰਟੀਕਲ 243 ਪੀ ਤੋਂ ਲੈ ਕੇ 243 ZG ਤੱਕ ਹਨ। ਇਸ ਨਾਲ ਸੰਵਿਧਾਨ ਦੀ 12ਵੀਂ ਅਨੁਸੂਚੀ ਜੋੜੀ ਗਈ। ਆਰਟੀਕਲ 248 ਅਵਸ਼ਿਸ਼ਟ ਸ਼ਕਤੀਆਂ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਕੋਲ ਹੈ। ਆਰਟੀਕਲ 263 ਕੇਂਦਰ ਅਤੇ ਰਾਜਾਂ ਵਿਚਕਾਰ ਤਾਲਮੇਲ ਸਥਾਪਿਤ ਕਰਨ ਦੇ ਉਦੇਸ਼ ਲਈ ਅੰਤਰਰਾਜੀ ਕੌਂਸਲ ਦੀ ਸਥਾਪਨਾ। ਅਤੇ 280 ਦੇ ਵਿੱਚ ਕੇਂਦਰ ਅਤੇ ਰਾਜਾਂ ਵਿਚਕਾਰ ਤਾਲਮੇਲ ਕਰਨ ਦੇ ਉਦੇਸ਼ ਲਈ ਅੰਤਰਰਾਜੀ ਕੌਂਸਲ ਦੀ ਸਥਾਪਨਾ। ਆਰਟੀਕਲ 280 ਦੇ ਵਿੱਚ ਵਿੱਤ ਆਯੋਗ ਦੀ ਵਿਵਸਥਾ ਕੀਤੀ ਗਈ ਹੈ। ਆਰਟੀਕਲ 300 ਏ ਇਸ ਨੂੰ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਇਹ ਸੰਪत्ति ਦਾ ਅਧਿਕਾਰ ਹੈ। 44ਵੀਂ ਸੋਧ 1978 ਰਾਹੀਂ ਮੁਰਾਰਜੀ ਦੇਸਾਈ ਦੀ ਸਰਕਾਰ ਸਮੇਂ ਮੌਲਿਕ ਅਧਿਕਾਰਾਂ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਆਰਟੀਕਲ 315 ਤੋਂ ਲੈ ਕੇ 323 ਤੱਕ UPSC ਹੈ। UPSC ਮੀਨਜ਼ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ। ਇਹ ਸੰਵਿਧਾਨ ਦੇ 14ਵੇਂ ਭਾਗ ਵਿੱਚ ਹੈ। ਆਰਟੀਕਲ 324 ਤੋਂ 329 ਇਹ ਚੋਣ ਆਯੋਗ ਜਾਂ ਇਲੈਕਸ਼ਨ ਕਮਿਸ਼ਨ ਦੇ ਨਾਲ ਸੰਬੰਧਿਤ ਹੈ। ਇਹ ਸੰਵਿਧਾਨ ਦੇ 15ਵੇਂ ਭਾਗ ਦੇ ਵਿੱਚ ਹੈ। 343 ਵਿੱਚ ਸੰਘ ਦੀ ਰਾਜ ਭਾਸ਼ਾ ਹਿੰਦੀ ਹੋਵੇਗੀ ਅਤੇ ਲਿਪੀ ਦੇਵਨਾਗਰੀ। ਆਰਟੀਕਲ 344 ਰਾਜ ਭਾਸ਼ਾ ਦੇ ਸੰਬੰਧ ਵਿੱਚ ਆਯੋਗ ਜਾਂ ਸੰਸਦੀ ਕਮੇਟੀਆਂ ਬਣਾਉਣਾ। ਆਰਟੀਕਲ 345
ਰਾਜ ਦੀਆਂ ਭਾਸ਼ਾਵਾਂ ਬਾਰੇ, ਮਤਲਬ ਸਟੇਟ ਨੇ ਆਪਣੀ ਭਾਸ਼ਾ ਆਪ ਚੁਣਨੀ। ਆਰਟੀਕਲ 348 ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਭਾਸ਼ਾ ਅੰਗਰੇਜ਼ੀ ਹੋਵੇਗੀ। ਆਰਟੀਕਲ 352 ਦੇ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਵਰਣਨ ਹੈ। ਆਰਟੀਕਲ 356 ਦੇ ਵਿੱਚ ਸਟੇਟ ਐਮਰਜੈਂਸੀ ਦਾ ਵਰਣਨ ਹੈ ਅਤੇ ਆਰਟੀਕਲ 360 ਦੇ ਵਿੱਚ ਵਿੱਤੀ ਐਮਰਜੈਂਸੀ ਦਾ ਵਰਣਨ ਹੈ, ਜੋ ਅਜੇ ਤੱਕ ਇੱਕ ਵਾਰ ਵੀ ਨਹੀਂ ਲੱਗੀ। ਆਰਟੀਕਲ 368 ਦੇ ਵਿੱਚ ਸੋਧ ਪ੍ਰਕਿਰਿਆ ਹੈ। ਸੋਧ ਕਰਨ ਦੀ ਪ੍ਰਕਿਰਿਆ ਆਪਾਂ ਦੱਖਣੀ ਅਫਰੀਕਾ ਤੋਂ ਲਈ ਗਈ ਹੈ। ਇਹ ਆਰਟੀਕਲ 368 ਰਾਹੀਂ ਸੰਵਿਧਾਨ ਦੇ ਭਾਗ 20 ਵਿੱਚ ਦਰਜ ਹੈ। ਹੁਣ ਆਪਾਂ ਕਰਦੇ ਹਾਂ ਪ੍ਰਮੁੱਖ ਸੋਧਾਂ। ਸੋਧ ਕਰਨ ਦੇ 3 ਤਰੀਕੇ ਹਨ: ਸਧਾਰਨ ਬਹੁਮਤ, ਵਿਸ਼ੇਸ਼ ਬਹੁਮਤ, ਵਿਸ਼ੇਸ਼ ਬਹੁਮਤ ਅਤੇ ਅੱਧੇ ਰਾਜਾਂ ਦਾ ਬਹੁਮਤ, ਜਾਂ ਸਿੰਪਲ ਮੈਜੋਰਟੀ। ਨੰਬਰ 2 ਸਪੈਸ਼ਲ ਮੈਜੋਰਟੀ। ਨੰਬਰ 3 ਸਪੈਸ਼ਲ ਮੈਜੋਰਟੀ ਵਿਦ ਹਾਫ ਸਟੇਟ ਮੈਜੋਰਟੀ। ਪਹਿਲੀ ਸੋਧ 1951 ਰਾਹੀਂ 9ਵੀਂ ਅਨੁਸੂਚੀ ਜੋੜੀ ਗਈ ਸੀ, ਜੋ ਭੂਮੀ ਸੁਧਾਰਾਂ ਨਾਲ ਸੰਬੰਧਿਤ ਹੈ। 7ਵੀਂ ਸੋਧ 1956 ਰਾਹੀਂ ਭਾਸ਼ਾ ਦੇ ਆਧਾਰ 'ਤੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ। ਇਸ ਦੇ ਲਈ ਫੈਜ਼ਲ ਅਲੀ ਕਮੇਟੀ ਬਣਾਈ ਗਈ ਸੀ ਅਤੇ ਭਾਸ਼ਾ ਦੇ ਆਧਾਰ 'ਤੇ ਪਹਿਲਾ ਬਣਨ ਵਾਲਾ ਰਾਜ ਆਂਧਰਾ ਪ੍ਰਦੇਸ਼ ਹੈ, ਜੋ 1953 ਦੇ ਵਿੱਚ ਤੇਲਗੂ ਭਾਸ਼ਾ ਦੇ ਆਧਾਰ 'ਤੇ ਬਣਾਇਆ ਸੀ। 18ਵੀਂ ਸੋਧ 1966, ਇਸ ਦੇ ਰਾਹੀਂ ਹਰਿਆਣਾ, ਨਵਾਂ ਪੰਜਾਬ ਅਤੇ ਚੰਡੀਗੜ੍ਹ ਨੂੰ ਯੂਟੀ ਦਾ ਦਰਜਾ ਦਿੱਤਾ ਗਿਆ ਸੀ। 21ਵੀਂ ਸੋਧ 1967 ਰਾਹੀਂ ਸਿੰਧੀ ਭਾਸ਼ਾ ਨੂੰ 8ਵੀਂ ਅਨੁਸੂਚੀ ਦੇ ਵਿੱਚ 15ਵੀਂ ਭਾਸ਼ਾ ਦੇ ਤੌਰ 'ਤੇ ਜੋੜਿਆ ਗਿਆ। 36ਵੀਂ ਸੋਧ 1975 ਸਿੱਕਮ ਨੂੰ ਭਾਰਤੀ ਰਾਜ ਦਾ ਦਰਜਾ ਦਿੱਤਾ ਗਿਆ ਹੈ। ਇਸ ਨੂੰ ਯਾਦ ਰੱਖਣ ਲਈ ਯਾਦ ਕਰ ਲਿਓ, 6 ਨੂੰ ਕਈ ਲੋਕ ਸੇ ਬੋਲਦੇ ਹੈ। ਸੇ ਮੀਨਜ ਸਿੱਕਮ, ਸਿੱਕਮ ਸੱਤੀ, ਮਤਲਬ ਸਿੱਕਮ, ਸਿੱਕਮ ਸੱਤੀ। 36ਵੀਂ ਸੋਧ 1975 ਕਾਹਦੇ ਨਾਲ ਸੰਬੰਧਿਤ ਹੈ? ਸਿੱਕਮ ਨਾਲ। 39ਵੀਂ ਸੋਧ 1975 ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦਾ ਨਿਪਟਾਰਾ ਸੁਪਰੀਮ ਕੋਰਟ ਨਹੀਂ ਬਲਕਿ ਸੰਸਦ ਦੁਆਰਾ ਬਣਾਈ ਕਮੇਟੀ ਕਰੇਗੀ। ਮਤਲਬ ਪਹਿਲਾਂ ਸੁਪਰੀਮ ਕੋਰਟ ਕਰਦੀ ਸੀ। 39ਵੀਂ ਸੋਧ 1975 ਰਾਹੀਂ ਕਿਹਾ ਗਿਆ ਵੀ ਇਸ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਕੋਈ ਵੀ ਝਗੜਾ ਸੁਪਰੀਮ ਕੋਰਟ ਨਹੀਂ, ਸੰਸਦ ਦੀ ਕਮੇਟੀ ਕਰੂਗੀ। ਕਾਂਗਰਸ ਦੀ ਸਰਕਾਰ ਵੇਲੇ ਦੀ ਗੱਲ ਹੈ। ਤਾਂ 42ਵੀਂ ਸੋਧ 1976 ਰਾਹੀਂ ਇਸ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ। ਇਸ ਵਿੱਚ 10 ਮੌਲਿਕ ਕਰਤੱਵ ਜੋ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ 'ਤੇ ਜੋੜੇ ਗਏ, ਜੋ ਭਾਗ 4A ਅਤੇ ਆਰਟੀਕਲ 51A ਵਿੱਚ ਦਰਜ ਹੈ। ਪ੍ਰਸਤਾਵਨਾ ਵਿੱਚ 3 ਸ਼ਬਦ ਸਮਾਜਵਾਦੀ, ਧਰਮ ਨਿਰਪੱਖਤਾ ਅਤੇ ਅਖੰਡਤਾ ਜੋੜੇ ਗਏ। ਲੋਕ ਸਭਾ ਦਾ ਕਾਰਜਕਾਲ 5 ਸਾਲ ਤੋਂ ਵਧਾ ਕੇ 6 ਸਾਲ ਕੀਤਾ ਗਿਆ। ਸਿੱਖਿਆ, ਨਾਪਤੋਲ, ਵਣ, ਜੰਗਲੀ ਜੀਵਨ ਅਤੇ ਸੁਰੱਖਿਆ ਨਿਯੰਤਰਣ ਵਿਸ਼ਿਆਂ ਨੂੰ ਰਾਜ ਸੂਚੀ ਵਿੱਚੋਂ ਕੱਢ ਕੇ ਸਮਵਰਤੀ ਸੂਚੀ ਵਿੱਚ ਜੋੜਿਆ ਗਿਆ। ਅੱਗੇ ਆ ਗਈ 44ਵੀਂ ਸੋਧ 1978। ਇਸ ਵੇਲੇ ਮੁਰਾਰਜੀ ਦੇਸਾਈ ਦੀ ਸਰਕਾਰ ਸੀ, ਜਨਤਾ ਦਲ ਦੀ ਸਰਕਾਰ। ਆਰਟੀਕਲ 31 ਸੰਪत्ति ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚੋਂ ਕੱਢ ਕੇ ਕਾਨੂੰਨੀ ਅਧਿਕਾਰ ਦੇ ਵਿੱਚ ਜੋੜਿਆ ਗਿਆ। 300A ਆਰਟੀਕਲ ਤਹਿਤ ਲੋਕ ਸਭਾ ਦਾ ਕਾਰਜਕਾਲ ਜੋ 42ਵੀਂ ਸੋਧ ਵਿੱਚ 6 ਸਾਲ ਕੀਤਾ ਗਿਆ ਸੀ, ਉਸ ਨੂੰ ਘਟਾ ਕੇ ਦੁਬਾਰਾ 5 ਸਾਲ ਕੀਤਾ ਗਿਆ। 39ਵੀਂ ਸੋਧ ਰਾਹੀਂ ਜੋ ਵਿਵਸਥਾ ਕੀਤੀ ਗਈ ਸੀ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਦਾ ਨਿਪਟਾਰਾ ਸੰਸਦ ਦੀ ਕਮੇਟੀ ਕਰੂਗੀ, ਉਸ ਨੂੰ ਖਤਮ ਕਰਕੇ ਦੁਬਾਰਾ ਇਹਨਾਂ ਦੀ ਚੋਣ ਦਾ ਨਿਪਟਾਰੇ ਸੰਬੰਧੀ ਫੈਸਲਾ ਸੁਪਰੀਮ ਕੋਰਟ ਕਰੂਗੀ, ਨਾ ਕਿ ਕੋਈ ਸੰਸਦ ਦੀ ਕਮੇਟੀ, ਅਤੇ ਉਹ ਆਰਟੀਕਲ 71 ਦੇ ਤਹਿਤ ਕਰਦੀ ਹੈ। ਆਰਟੀਕਲ 352 ਦੇ ਵਿੱਚ ਅੰਦਰੂਨੀ ਐਮਰਜੈਂਸੀ ਦੀ ਥਾਂ ਹਥਿਆਰਬੰਦ ਵਿਦਰੋਹ ਸ਼ਬਦ ਜੋੜਿਆ ਗਿਆ। ਪਹਿਲਾਂ ਅੰਦਰੂਨੀ ਐਮਰਜੈਂਸੀ ਕਹਿੰਦੇ ਸੀ, ਹੁਣ ਅੰਦਰੂਨੀ ਐਮਰਜੈਂਸੀ ਨੂੰ ਹਥਿਆਰਬੰਦ ਵਿਦਰੋਹ ਕਿਹਾ ਜਾਂਦਾ ਹੈ। ਆਰਟੀਕਲ 52ਵੀਂ ਸੋਧ 1985 ਇਸ ਰਾਹੀਂ 10ਵੀਂ ਅਨੁਸੂਚੀ ਜੋੜੀ ਗਈ ਜੋ ਦਲ ਬਦਲੀ ਨਾਲ ਸੰਬੰਧਿਤ ਹੈ। 61ਵੀਂ ਸੋਧ 1988 ਵੋਟ ਪਾਉਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ। ਇਸ ਨੂੰ ਲਾਗੂ ਕੀਤਾ ਗਿਆ 28 ਮਾਰਚ 1999 ਨੂੰ। 61ਵੀਂ ਸੋਧ ਹੋਈ ਤਾਂ 1988 ਵਿੱਚ ਸੀ, ਲਾਗੂ 1999 ਦੇ ਵਿੱਚ ਕੀਤੀ ਗਈ ਹੈ। ਇਸ ਕਰਕੇ 61ਵੀਂ ਸੋਧ ਨੂੰ 1999 ਵੀ ਲਿਖ ਦਿੰਦੇ ਨੇ ਕਈ ਵਾਰ। 71ਵੀਂ ਸੋਧ 1992 ਇਸ ਦੇ ਰਾਹੀਂ 8ਵੀਂ ਅਨੁਸੂਚੀ ਦੇ ਵਿੱਚ ਨਮਕ ਜੋੜਿਆ ਗਿਆ ਸੀ। ਨੇਪਾਲੀ, ਮਣੀਪੁਰੀ ਅਤੇ ਕੋਂਕਣੀ ਭਾਸ਼ਾ। ਨੇਪਾਲੀ ਇੱਕੋ ਇੱਕ ਵਿਦੇਸ਼ੀ ਭਾਸ਼ਾ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ। 73ਵੀਂ ਸੋਧ 1992 ਦੁਬਾਰਾ ਰਿਪੀਟ ਹੋ ਗਿਆ। ਪੰਚਾਇਤੀ ਰਾਜ ਨਾਲ ਸੰਬੰਧਿਤ ਹੈ। ਇਸ ਨੂੰ
73ਵੀਂ ਸੋਧ 1992 ਰਾਹੀਂ ਸੰਵਿਧਾਨ ਦੇ ਭਾਗ 9 ਵਿੱਚ ਜੋੜਿਆ ਗਿਆ। ਪੰਚਾਇਤੀ ਰਾਜ 24 ਅਪ੍ਰੈਲ 1993 ਨੂੰ ਲਾਗੂ ਕੀਤਾ ਗਿਆ। ਇਸੇ ਕਰਕੇ 24 ਅਪ੍ਰੈਲ ਨੂੰ ਪੰਚਾਇਤੀ ਡੇ ਮਨਾਇਆ ਜਾਂਦਾ ਹੈ। ਪੰਚਾਇਤੀ ਰਾਜ ਨਾਲ ਸੰਬੰਧਿਤ ਕਮੇਟੀਆਂ ਬਲਵੰਤ ਰਾਏ ਮਹਿਤਾ ਕਮੇਟੀ 1957, ਅਸ਼ੋਕ ਮਹਿਤਾ ਕਮੇਟੀ 1977, GVK ਰਾਓ ਕਮੇਟੀ 1985, LM ਸਿੰਘਵੀ ਕਮੇਟੀ 1986, 2 ਉਪ ਕਮੇਟੀਆਂ ਬਣੀਆਂ, ਠੁੰਗਣ ਕਮੇਟੀ ਅਤੇ ਗੌਡਗਿੱਲ ਕਮੇਟੀ 1988 ਦੇ ਵਿੱਚ। ਪੰਚਾਇਤੀ ਰਾਜ ਦਾ ਸਿਸਟਮ ਹੈ ਜਿਹੜਾ ਇਹ 3 ਪੱਧਰੀ ਹੈ, ਆਪਾਂ ਉੱਪਰ ਵੀ ਕਰ ਚੁੱਕੇ ਹਾਂ। ਗ੍ਰਾਮ ਪੰਚਾਇਤ ਦਾ ਮੁਖੀ ਸਰਪੰਚ, ਬਲਾਕ ਸੰਮਤੀ ਦਾ ਮੁਖੀ ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਦਾ ਮੁਖੀ ਵੀ ਚੇਅਰਮੈਨ। ਪੰਚਾਇਤੀ ਰਾਜ ਨੂੰ 29 ਵਿਸ਼ੇ ਦਿੱਤੇ ਗਏ ਹਨ ਅਤੇ ਇਹ 243 ਤੋਂ ਲੈ ਕੇ 243 ਤੱਕ ਆਰਟੀਕਲ ਦੇ ਵਿੱਚ ਹੈ। 74ਵੀਂ ਸੋਧ 1992 ਇਸ ਰਾਹੀਂ 12ਵੀਂ ਅਨੁਸੂਚੀ ਜੋੜੀ ਗਈ। ਇਹ ਸ਼ਹਿਰੀ ਸ਼ਾਸਨ ਨਾਲ ਸੰਬੰਧਿਤ ਹੈ। ਇਸ ਨੂੰ ਸੰਵਿਧਾਨ ਦੇ ਭਾਗ 9A ਵਿੱਚ ਜੋੜਿਆ ਗਿਆ। ਇਸ ਦੇ ਆਰਟੀਕਲ 243B ਤੋਂ ਲੈ ਕੇ 243ZG ਤੱਕ ਹਨ। ਇਸ ਨੂੰ ਵੀ ਲਾਗੂ 1 ਜੂਨ 1993 ਨੂੰ ਕੀਤਾ ਗਿਆ। ਇਹ ਸੋਧਾਂ ਹੋਈਆਂ ਤਾਂ 1992 ਵਿੱਚ ਨੇ, ਪਰ ਲਾਗੂ 1993 ਵਿੱਚ ਹੋਈਆਂ ਨੇ। ਕਈ ਵਾਰ 74ਵੀਂ ਸੋਧ ਨੂੰ 1993 ਵੀ ਲਿਖ ਦਿੰਦੇ ਆ। ਇਹ 3 ਪੱਧਰੀ ਸਿਸਟਮ ਹੈ। ਨਗਰ ਪੰਚਾਇਤ ਦੇ ਮੁਖੀ ਨੂੰ ਪ੍ਰਧਾਨ ਕਿਹਾ ਜਾਂਦਾ ਹੈ, ਨਗਰ ਪਾਲਿਕਾ ਦੇ ਮੁਖੀ ਨੂੰ ਵੀ ਪ੍ਰਧਾਨ ਕਿਹਾ ਜਾਂਦਾ ਹੈ, ਜ਼ਿਲ੍ਹਾ ਪ੍ਰੀਸ਼ਦ ਦੇ ਮੁਖੀ ਨੂੰ ਮੇਅਰ ਜਾਂ ਮਹਾਪੌਰ ਕਿਹਾ ਜਾਂਦਾ ਹੈ। 84ਵੀਂ ਸੋਧ 2001 ਇਸ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ 2026 ਤੱਕ ਫਰੀਜ਼ ਰਹਿਣਗੀਆਂ, ਮਤਲਬ ਇਹਨਾਂ ਨੂੰ ਵਧਾਇਆ ਨਹੀਂ ਜਾਵੇਗਾ 2026 ਤੱਕ। 86ਵੀਂ ਸੋਧ 2002 ਰਾਹੀਂ ਇਸ ਰਾਹੀਂ 11ਵਾਂ ਕਰਤੱਵ ਅਤੇ ਆਰਟੀਕਲ 21A ਜੋੜਿਆ ਗਿਆ, ਜਿਸ ਵਿੱਚ 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਵਰਣਨ ਹੈ। ਇਸ ਦੇ ਰਾਹੀਂ ਇੱਕ ਮੌਲਿਕ ਕਰਤੱਵ ਜੋੜਿਆ ਗਿਆ। ਮੌਲਿਕ ਅਧਿਕਾਰ ਦੇ ਵਿੱਚ ਆਰਟੀਕਲ 21A ਜੋੜਿਆ ਗਿਆ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਆਰਟੀਕਲ 45 ਦੇ ਵਿੱਚ ਜ਼ਿਕਰ ਕੀਤਾ ਗਿਆ। 91ਵੀਂ ਸੋਧ 2003 ਮੰਤਰੀ ਪ੍ਰੀਸ਼ਦ ਕੁੱਲ ਮੈਂਬਰਾਂ ਦਾ 15% ਹੋਵੇਗਾ, ਮਤਲਬ ਕੈਬਨਿਟ ਮੰਤਰੀ 15% ਹੀ ਹੋਣਗੇ। 92ਵੀਂ ਸੋਧ 2003 ਇਸ ਵਿੱਚ 4 ਭਾਸ਼ਾਵਾਂ ਨੂੰ 8ਵੀਂ ਅਨੁਸੂਚੀ ਦੇ ਵਿੱਚ ਜੋੜਿਆ ਗਿਆ। ਉਹ ਭਾਸ਼ਾਵਾਂ ਹਨ ਸੰਥਾਲੀ, ਮਥਾਲੀ, ਬੋਡੋ ਅਤੇ ਡੋਗਰੀ। 97ਵੀਂ ਸੋਧ 2011 ਇਸ 'ਤੇ ਕੁਐਸਚਨ ਪੁੱਛਿਆ ਗਿਆ ਸੀ। 97ਵੀਂ ਸੋਧ 2011 ਰਾਹੀਂ ਕਿਹੜਾ ਆਰਟੀਕਲ ਜੋੜਿਆ ਗਿਆ ਹੈ? 43B। ਇਸ ਰਾਹੀਂ ਕੋਆਪਰੇਟਿਵ ਸੁਸਾਇਟੀ ਨੂੰ ਸੰਵਿਧਾਨ ਦੇ ਭਾਗ 9B ਵਿੱਚ ਜੋੜਿਆ ਗਿਆ। ਇਸ ਵਿੱਚ 243ZH ਤੋਂ ਲੈ ਕੇ 243ZT ਤੱਕ ਦਰਜ ਹੈ। ਆਰਟੀਕਲ 243ZH ਤੋਂ ਤੇ 243ZT ਤੱਕ, ਮਤਲਬ ਕਿ ਸ਼ਹਿਰੀ ਸ਼ਾਸਨ ਵਿਵਸਥਾ ਤੋਂ ਬਾਅਦ ਵਾਲੇ ਆਰਟੀਕਲ। 99ਵੀਂ ਸੋਧ 2014 ਇਸ ਰਾਹੀਂ ਨਜੈਕ ਜੋੜਿਆ ਗਿਆ। ਨਜੈਕ ਮੀਨਸ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟਸ ਕਮਿਸ਼ਨ। ਜੱਜਾਂ ਦੀ ਚੋਣ ਪ੍ਰਣਾਲੀ ਕੋਲੇਜੀਅਮ ਸਿਸਟਮ ਰਾਹੀਂ ਹੁੰਦੀ ਸੀ, ਪਰੰਤੂ 31 ਦਸੰਬਰ 2014 ਨੂੰ ਨਜੈਕ ਲਾਗੂ ਕੀਤਾ ਗਿਆ। ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਨਜੈਕ ਦੁਆਰਾ ਹੋਵੇਗੀ, ਜਿਸ ਨੂੰ ਕਿ ਸੁਪਰੀਮ ਕੋਰਟ ਨੇ 16 ਅਕਤੂਬਰ 2015 ਨੂੰ ਖਤਮ ਕਰ ਦਿੱਤਾ ਗਿਆ। 100ਵੀਂ ਸੋਧ 2015 ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਬਸਤੀਆਂ ਨੂੰ ਲੈ ਕੇ ਸਮਝੌਤਾ। 111 ਬਸਤੀਆਂ ਬੰਗਲਾਦੇਸ਼ ਨੂੰ ਦਿੱਤੀਆਂ ਗਈਆਂ ਅਤੇ 51 ਬਸਤੀਆਂ ਬੰਗਲਾਦੇਸ਼ ਨੇ ਭਾਰਤ ਨੂੰ ਦਿੱਤੀਆਂ। 101ਵੀਂ ਸੋਧ 2016 ਇਹ GST ਨਾਲ ਸੰਬੰਧਿਤ ਹੈ। GST ਮੀਨਸ ਗੁੱਡਸ ਸਰਵਿਸ ਟੈਕਸ। GST ਨੂੰ 1 ਜੁਲਾਈ 2017 ਤੋਂ ਲਾਗੂ ਕੀਤਾ ਗਿਆ। ਭਾਰਤ ਨੇ GST ਦਾ ਵਿਚਾਰ ਕੈਨੇਡਾ ਤੋਂ ਲਿਆ ਗਿਆ ਹੈ। GST ਲਾਗੂ ਕਰਨ ਦਾ ਸੁਝਾਅ ਵਿਜੇ ਕੇਲਕਰ ਕਮੇਟੀ ਨੇ ਦਿੱਤਾ ਸੀ। ਕਈ ਵਾਰ ਪੁੱਛਿਆ ਲਿਆ ਜਾਂਦਾ ਹੈ ਵਿਜੇ ਕੇਲਕਰ ਕਮੇਟੀ ਕਿਸ ਨਾਲ ਸੰਬੰਧਿਤ ਹੈ? ਉਹ GST ਨਾਲ ਸੰਬੰਧਿਤ ਹੈ। GST ਦੀ ਕੌਂਸਲ ਦਾ ਮੁਖੀ ਭਾਰਤ ਦਾ ਵਿੱਤ ਮੰਤਰੀ ਹੁੰਦਾ ਹੈ। ਇਸ ਸਮੇਂ ਭਾਰਤ ਦਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੈ। 103ਵੀਂ ਸੋਧ 2019 ਇਸ ਰਾਹੀਂ ਜਰਨਲ ਕੈਟਾਗਰੀ ਲਈ 10% ਦਾ ਰਿਜ਼ਰਵੇਸ਼ਨ ਦਿੱਤਾ ਗਿਆ ਸੀ। EWS ਸਰਟੀਫਿਕੇਟ ਬਣਦੇ ਹੈ ਜੋ ਇਕਨੋਮਿਕਲ ਵੀਕਰ ਸਰਵਿਸ। ਜਰਨਲ ਕੈਟਾਗਰੀ ਲਈ ਸੀ ਇਹ 10% ਦਾ ਰਿਜ਼ਰਵੇਸ਼ਨ।
104ਵੀਂ ਸੋਧ 2019 ਇਸ ਦੇ ਵਿੱਚ ਜੋ ਲੋਕ ਸਭਾ ਦੇ ਵਿੱਚ ਐਂਗਲੋ ਇੰਡੀਅਨ 2 ਰਾਸ਼ਟਰਪਤੀ ਚੁਣਦਾ ਹੈ ਤੇ ਸਟੇਟਾਂ ਦੇ ਵਿੱਚ ਇੱਕ ਐਂਗਲੋ ਇੰਡੀਅਨ ਨੂੰ ਰਾਜਪਾਲ ਚੁਣਦਾ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਲੋਕ ਸਭਾ ਦੇ ਵਿੱਚੋਂ ਐਂਗਲੋ ਇੰਡੀਅਨਾਂ ਦਾ ਖਾਤਮਾ ਕੀਤਾ ਗਿਆ। 105ਵੀਂ ਸੋਧ 2021 ਜੋ OBC ਸੂਚੀ ਬਣਾਉਣ ਦਾ ਅਧਿਕਾਰ ਹੈ ਉਹ ਰਾਜਾਂ ਤੇ ਯੂਟੀਆਂ ਨੂੰ ਹੀ ਦਿੱਤਾ ਗਿਆ। ਜੇਕਰ ਸਾਡੀ ਕਲਾਸ ਵਧੀਆ ਲੱਗੀ ਹੋਵੇ ਤਾਂ ਪੰਜਾਬ ਅਤੇ ਕਲਾਸਿਸ ਨੂੰ ਸਬਸਕ੍ਰਾਈਬ ਕਰੋ, ਲਾਈਕ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਇਸ ਕਲਾਸ ਦੀ PDF ਪ੍ਰਾਪਤ ਕਰਨ ਲਈ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਿਓ। ਟੈਲੀਗ੍ਰਾਮ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਜਾਵੇਗਾ ਤੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ ਵੀਡੀਓ ਕਿਵੇਂ ਲੱਗ ਰਹੀ ਹੈ। ਅਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੀਡੀਓ ਬਣਾਉਂਦੇ ਹਾਂ ਤਾਂ ਕਿ ਤੁਹਾਡੀ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਹੋ ਸਕੇ। ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਨੌਕਰੀ ਦੇਵੇ। ਧੰਨਵਾਦ।